ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਥਰ ਤੇ ਨਿਠਰੋ ਅਦਕ, ਜਲ ਮਮ ਬਚ ਕਿਮ ਭੇਦ। ਨਾਨਕ ਕਦਲੀ ਕੋਮਲੰ, ਪਾਉਨ ਜਿਵੇ ਦੇ ਖੇਦ। ਪੱਥਰ ਤੇ ਨਿਠਰੋ ਅਦਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤ ਸੰਗਤ ਦਾ ਪਵਿੱਤਰ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਉਦਾਰਤਾ ਵਾਲਾ ਸੁਭਾਅ ਹੋਣ ਕਰਕੇ ਮਹਾਰਾਜ ਜੀ ਨੇ ਇੱਕ ਸੰਤ ਨੂੰ ਲੋਟਾ ਅਤੇ ਸੋਨੇ ਦੀ ਛਾਪ ਭੇਟ ਕਰ ਦਿੱਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਘਰ ਆਏ ਹੈ, ਪਿਤਾ ਜੀ ਨੇ ਵੇਖ ਕਰਕੇ ਬੜਾ ਰੋਸ ਕੀਤਾ। ਬੜੇ ਗੁੱਸੇ ਵਿੱਚ ਆ ਕਰਕੇ ਬੜੇ ਹੀ ਦੁਰਵਾਕ ਕਹੇ। ਇਹ ਗੱਲ ਰਾਏ ਜੀ ਨੂੰ ਕਿਸੇ ਨੇ ਜਾ ਕਰਕੇ ਦੱਸ ਦਿੱਤੀ। ਉਸ ਸਮੇਂ ਰਾਏ ਬੁਲਾਰ ਜੀ ਨੇ ਬਾਬਾ ਕਾਲੂ ਜੀ ਨੂੰ ਬੜੀ ਛੇਤੀ ਹੀ ਆਪਣੇ ਕੋਲ ਬੁਲਾਇਆ ਤੇ ਬੁਲਾ ਕਰਕੇ ਕੀ ਬਚਨ ਕਹਿੰਦੇ ਆ, ਜਿਵੇਂ ਅੱਗੇ ਇਤਿਹਾਸ ਆ ਰਿਹਾ ਹੈ। ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਥਰ ਤੇ ਨਿਠਰੋ ਅਦਕ। ਰਾਏ ਬੁਲਾਰ ਜੀ ਨੇ ਕੋਲ ਬੁਲਾ ਕਰਕੇ ਬਾਬਾ ਕਾਲੂ ਜੀ ਨੂੰ ਆਖਿਆ ਕਿ ਪੱਥਰ ਨਾਲੋਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਸਖਤ ਹੈ ਤੁਹਾਡਾ ਦਿਲ। ਜਲ ਮਮ ਬਚ ਕਿਮ ਭੇਦ। ਤੇ ਮੇਰੇ ਕਹੇ ਹੋਏ ਬਚਨ ਜਿਹੜੇ ਉਹ ਤਾਂ ਜਲ ਦੀ ਤਰ੍ਹਾਂ ਹਨ। ਕਿਵੇਂ ਬਾਬਾ ਕਾਲੂ ਜੀ ਤੁਹਾਡੇ ਤੇ ਅਸਰ ਕਰ ਸਕਦੇ ਐ? ਜਿਵੇਂ ਜਲ ਦਾ ਅਸਰ ਪੱਥਰ ਤੇ ਨਹੀਂ ਹੁੰਦਾ, ਇਵੇਂ ਮੇਰੇ ਬਚਨ ਜਲ ਦੀ ਨਿਆਈ ਤੁਹਾਡੇ ਮਨ ਰੂਪੀ ਪੱਥਰ ਤੇ ਕਿਵੇਂ ਅਸਰ ਪਾ ਸਕਦੇ ਹਨ। ਨਾਨਕ ਕਦਲੀ ਕੋਮਲੰ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਕੇਲੇ ਦੀ ਤਰ੍ਹਾਂ ਕੋਮਲ ਹਨ। ਪਾਉਨ ਜਿਵੇਂ ਦੇ ਖੇਦ। ਜਿਵੇਂ ਨੇੜੇ ਹੋਵੇ ਬੇਰੀ ਦੇ ਕੇਲੇ ਦਾ ਰੁੱਖ, ਤੇ ਜਿਵੇਂ ਕਬੀਰ ਜੀ ਨੇ ਵੀ ਕਿਹਾ ਉਹ ਝੂਲਾ ਉਹ ਚੀਰੀ ਹੈ। ਇਸ ਪ੍ਰਕਾਰ ਮੇਲ ਨਹੀਂ ਨਾ ਬਣਦਾ। ਜਦੋਂ ਹਵਾ ਜਿਹੜੀ ਹੈ ਉਹ ਚੱਲਦੀ ਹੈ ਤੇ ਕੇਲੇ ਦੇ ਰੁੱਖ ਨੂੰ ਖੇਦ ਦਿੰਦੀ ਹੈ, ਦੁੱਖ ਦਿੰਦੀ ਹੈ। ਬਾਬਾ ਕਾਲੂ ਜੀ ਨੂੰ ਇਉਂ ਕਹਿੰਦੇ ਆ ਕਿ ਤੁਸੀਂ ਕੇਲੇ ਦੀ ਤਰ੍ਹਾਂ ਜੋ ਕੋਮਲ ਹਨ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਆਪਣੇ ਬਚਨਾਂ ਰੂਪੀ ਜਿਹੜੀ ਕਠੋਰਤਾ ਰੂਪੀ ਹਵਾ ਏ ਉਹਦੇ ਨਾਲ ਖੇਦ ਦਿੰਦੇ ਹੋ, ਦੁੱਖ ਦਿੰਦੇ ਹੋ। ਸਵਈਆ ਨਾਨਕ ਤਾਤ ਕਹੀ ਤਬ ਬਾਤ ਸੁਨੋ। ਤਦੋਂ ਗੁਰੂ ਨਾਨਕ ਸਾਹਿਬ ਦੇ ਪਿਤਾ ਭਾਵ ਬਾਬਾ ਕਾਲੂ ਜੀ ਤੇ ਸਮੇਂ ਕਹਿਣ ਲੱਗੇ ਕਿ ਰਾਏ ਜੀ ਸੁਣਨਾ ਕਰੋ। ਕਰ ਛਾਪ ਹੁਤੀ ਸੁਧ ਨਾਹੀ। ਤੇ ਹੱਥ ਦੇ ਵਿੱਚ ਇੱਕ ਛਾਪ ਸੀਗੀ ਸੋਨੇ ਦੀ।
ਮੈਨੂੰ ਉਹਦੀ ਕੋਈ ਖਬਰ ਨਹੀਂ, ਪਤਾ ਨਹੀਂ ਹੈ। ਜਾਣਤ ਨਾਹਿ ਨਾ ਕਾਹਿ ਕਰੀ। ਮੈਂ ਨਹੀਂ ਜਾਣਦਾ ਕਿ ਉਹ ਛਾਪ ਦਾ ਕੀ ਕੀਤਾ ਹੈ। ਇੱਕ ਲੋਟਾ ਸੀਗਾ ਤੇ ਇੱਕ ਛਾਪ ਸੀ ਸੋਨੇ ਦੀ। ਨਹੀਂ ਮੈਨੂੰ ਪਤਾ ਕਿ ਉਸ ਦਾ ਇਹਨਾਂ ਨੇ ਕੀ ਕੀਤਾ ਏ। ਕਿਹ ਗੇਰ ਦਈ ਕਿ ਦਈ ਕਿਸ ਪਾਹੀ। ਕਿਤੇ ਸੁੱਟ ਦਿੱਤੀ ਹੈ ਕਿ ਜਾਂ ਕਿਸੇ ਦੇ ਪਾਸ ਦੇ ਦਿੱਤੀ ਹੈ। ਹਉ ਅਨੁਮਾਨ ਤੇ ਜਾਣਤ ਹਉ ਮਨ। ਮੈਂ ਆਪਣੇ ਮਨ ਦੇ ਅੰਦਰ ਕਿਆਫਾ ਲਾ ਕੇ, ਅਨੁਮਾਨ ਲਾ ਕਰਕੇ ਹੀ ਇਸ ਗੱਲ ਨੂੰ ਜਾਣਦਾ ਹਾਂ ਗੋਸਤੀ ਨਿਤ ਫਕੀਰਨ ਕਾਹੀ। ਕਿ ਇਹ ਸਦਾ ਫਕੀਰਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ। ਇਹਨਾਂ ਦੀ ਚਰਚਾ ਜਿਹੜੀ ਹੈ ਉਹ ਸਾਧੂ ਸੰਤਾਂ ਨਾਲ ਹੁੰਦੀ ਰਹਿੰਦੀ, ਉਹਨਾਂ ਨਾਲ ਇਹਨਾਂ ਦਾ ਮੇਲ ਮਿਲਾਪ ਹੈ। ਦੇ ਤਿਨ ਕੋ ਨਾ ਬਤਾਵਤ ਹੈ। ਦੇ ਦਿੱਤੀ ਲੱਗਦੀ ਹੈ ਕਿਸੇ ਫਕੀਰ ਨੂੰ, ਕਿਸੇ ਸੰਤ ਨੂੰ, ਪਰ ਮੈਨੂੰ ਨਹੀਂ ਦੱਸਦੇ ਹਨ। ਪੁਨ ਤੂਸ਼ਨ ਧਾਰਤ ਹੈ ਮੁਖ ਮਾਹੀ। ਜਦੋਂ ਮੈਂ ਪੁੱਛਦਾ ਹਾਂ ਫਿਰ ਮੁਖ ਤੋਂ ਚੁੱਪ ਧਾਰ ਛੱਡਦੇ ਹਨ। ਹਉ ਕਹਤੇ ਜੇ ਕਮਾਏ ਕੈ ਆਨਤ। ਕਹਿੰਦੇ ਮੈਂ ਤਾਂ ਇਉਂ ਕਹਿੰਦਾ ਜੇ ਕਿਤੋਂ ਕਮਾ ਕਰਕੇ ਇਹ ਲਿਆਉਣ। ਖੋਵਤ ਹੈ ਨਾ ਵਿਚਾਰ ਕਰਾਹੀ। ਤੇ ਜੇ ਉਹਨੂੰ ਖੋਣ ਭਾਵ ਗਵਾ ਦੇਣ ਤੇ ਫਿਰ ਮੈਂ ਕੋਈ ਵਿਚਾਰ ਵੀ ਨਾ ਕਰਾਂ। ਜੋ ਇਸ ਬੈਸ ਸਮਾਨ ਹੋਤੇ। ਜਿਹੜੇ ਉਮਰ ਵਿੱਚ ਇਹਨਾਂ ਦੇ ਜਿਹੜੇ ਸੀ ਬਾਲਕ ਉਮਰ ਵਿੱਚ ਬਰਾਬਰ ਸਨ। ਘਰ ਕਾਰ ਸੰਭਾਲ ਲਈ ਸਭ ਤਾਹੀ। ਉਹਨਾਂ ਸਾਰੇ ਬੱਚਿਆਂ ਨੇ ਆਪੋ ਆਪਣੇ ਘਰਾਂ ਦਾ ਸਾਰਾ ਕੰਮ ਜਿਹੜਾ ਉਹ ਸਾਂਭ ਲਿਆ ਏ। ਔਰ ਨਾ ਜਾਣਤ ਕਾਜ ਕਛੂ ਇਹ। ਹੋਰ ਤਾਂ ਕੋਈ ਇਹ ਕੰਮ ਕਰਨਾ ਨਹੀਂ ਜਾਣਦੇ ਹਨ। ਦੇਵਨ ਕੋ ਸਭ ਤੇ ਸਰਸਾਹੀ। ਤੇ ਦੇਣ ਵਿੱਚ ਇਹ ਸਭ ਤੋਂ ਅੱਗੇ ਹੈ। ਭਾਵ ਜੇ ਕਿਸੇ ਨੂੰ ਦੇਣਾ ਹੈ ਤਾਂ ਉਹ ਇਹਨਾਂ ਨੂੰ ਪਤਾ ਹੈ, ਉਹ ਗੱਲ ਜਾਣਦੇ ਆ। ਸਭ ਤੋਂ ਅੱਗੇ ਹੋ ਕਰਕੇ ਜਿਹੜੇ ਆ ਇਹ ਦੇਣ ਨੂੰ ਬੜੇ ਦਾਤੇ ਹਨ। ਤੇ ਹਨ ਵੀ ਸਤਿਗੁਰੂ ਜੀ ਦਾਤੇ ਹੀ, ਪਰ ਬਾਬਾ ਕਾਲੂ ਜੀ ਇਉਂ ਸੰਸਾਰਕ ਸੋਚ ਰੱਖਦਿਆਂ ਹੋਇਆਂ ਰਾਏ ਜੀ ਪਾਸ ਆਪਣਾ ਰੋਸ ਜਿਹੜਾ ਹੈ ਉਹ ਜ਼ਾਹਰ ਕਰਦੇ ਨੇ। ਖਟ ਨਾ ਚਾਹਤ ਮੈਂ ਇਹ ਕੀ ਕਬ। ਮੈਂ ਇਹਨਾਂ ਦੀ ਕਮਾਈ ਜਿਹੜੀ ਹੈ ਨਾ ਖੱਟੀ ਉਹ ਨਹੀਂ ਚਾਹੁੰਦਾ ਹਾਂ ਕਦੇ ਵੀ। ਆਪ ਕਮਾਏ ਕੈ ਆਪ ਹੀ ਖਾਹੀ। ਇਹ ਆਪ ਹੀ ਕਮਾ ਕਰਕੇ ਤੇ ਆਪ ਹੀ ਖਾਣ ਜੋਗੇ ਜਿਹੜੇ ਆ ਉਹ ਹੋ ਜਾਣ। ਇਉਂ ਨਹੀਂ ਪਤਾ ਕਿ ਇਹ ਤਾਂ ਸਾਰੇ ਸੰਸਾਰ ਨੂੰ ਹੀ ਰਿਜ਼ਕ ਦਾਤਾ ਨੇ, ਸੰਸਾਰ ਦੇ ਰੋਜੀ ਦੇ ਦੇਣ ਵਾਲੇ ਹਨ। ਪਰ ਭਰਮ ਪਿਆ ਹੋਇਆ ਨਾ, ਇਹ ਤਾਂ ਸ੍ਰੀ ਗੁਰੂ ਜੀ ਨਿਵਰਤ ਕਰ ਦੇਣ ਤਾਂ ਫਿਰ ਜਾਣ ਲੈਣ। ਮਹਾਰਾਜ ਦੀ ਮੌਜ ਹੀ ਹੈ ਨਾ। ਸੱਚੇ ਪਾਤਸ਼ਾਹ ਦੇ ਪਿਤਾ ਜੀ ਇਉਂ ਕਹਿ ਰਹੇ ਰਾਏ ਬੁਲਾਰ ਜੀ ਨੂੰ ਕਿ ਜੇ ਇਹ ਕਮਾਉਣ ਤਾਂ ਮੈਨੂੰ ਨਹੀਂ ਲੋੜ ਇਹਨਾਂ ਦੀ ਖੱਟੀ ਦੀ, ਪਰ ਆਪ ਹੀ ਕਮਾ ਕਰਕੇ ਜਿਹੜਾ ਹੈ ਉਹ ਖਾਣ। ਰਾਏ ਜੀ ਮੋਹ ਗੁਨਾਹ ਵਿਚਾਰੋ। ਹੇ ਰਾਏ ਬੁਲਾਰ ਜੀ ਦੱਸੋ ਮੇਰੀ ਕੀ ਗਲਤੀ ਹੈ, ਮੇਰਾ ਕੀ ਗੁਨਾਹ ਹੈ, ਵਿਚਾਰ ਕਰਨਾ ਕਰੋ। ਕਉ ਲਗ ਹੋਏ ਨਿਬਾਹ ਕਿਆਹੀ। ਤੇ ਇਹਨਾਂ ਨਾਲ ਕਦੋਂ ਤੱਕ ਹੁਣ ਮੇਰਾ ਫਿਰ ਗੁਜ਼ਾਰਾ ਹੋਵੇਗਾ, ਨਿਰਵਾਹ ਹੋਵੇਗਾ ਇਸ ਤਰ੍ਹਾਂ। ਹਉ ਮਰ ਹਉ ਤਬ ਕਿਉ ਨਿਭੈ। ਜਦੋਂ ਮੈਂ ਚੜ੍ਹਾਈ ਕਰ ਜਾਵਾਂਗਾ ਤੇ ਫਿਰ ਇਹਨਾਂ ਦਾ ਨਿਰਵਾਹ ਗੁਜ਼ਾਰਾ ਜਿਹੜਾ ਉਹ ਕਿਵੇਂ ਹੋਵੇਗਾ, ਕਿਵੇਂ ਨਿਰਵਾਹ ਹੋਵੇਗਾ। ਅਬ ਬੈਸ ਜੁਵਾ ਨਹਿਕਾਰ ਕਮਾਹੀ। ਹੁਣ ਜਵਾਨੀ ਦੀ ਉਮਰ ਵੈ ਤੇ ਕੋਈ ਵੀ ਕੰਮ ਨਹੀਂ ਇਹ ਕਰਦੇ ਹਨ। ਰਾਏ ਬੁਲਾਰ ਵਿਚਾਰ ਕਹੀ। ਰਾਏ ਬੁਲਾਰ ਜੀ ਨੇ ਤੇ ਸਮੇਂ ਵਿਚਾਰ ਕਰਕੇ ਇਹ ਗੱਲ ਕਹਿਣਾ ਕੀਤੀ। ਨਿਤ ਰਾਰ ਹੋਵੈ ਤੁਮਰੇ ਘਰ ਮਾਹੀ। ਕਿ ਬਾਬਾ ਕਾਲੂ ਜੀ ਤੁਹਾਡੇ ਘਰ ਦੇ ਵਿੱਚ ਨਿਤਾ ਪ੍ਰਤੀ ਇਹ ਝਗੜਾ ਰਹਿੰਦਾ ਏ। ਨਾਨਕ ਕੋ ਅਬ ਧਾਮ ਜੈ ਰਾਮ। ਹੁਣ ਇਉਂ ਕਰੋ ਤੁਸੀਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜੈ ਰਾਮ ਜੀ ਦੇ ਘਰ ਵਿੱਚ ਸੁਲਤਾਨਪੁਰ ਵਿਖੇ ਕਹਿਓ ਮਮ ਮਾਨ ਪਠਾਓ ਤਹਾਹੀ। ਮੇਰਾ ਕਿਹਾ ਮਨ ਕਰਕੇ ਉਥੇ ਭੇਜ ਦੇਣਾ ਕਰੋ ਇਹਨਾਂ ਨੂੰ। ਰਿਸ ਸੋ ਦੁਰਬਾਕ ਕਹਿ ਨਿਤ ਹੀ। ਕਿਉਂਕਿ ਗੁੱਸੇ ਵਿੱਚ ਆ ਕਰਕੇ ਤੁਸੀਂ ਖੋਟੇ ਬੋਲ ਨਿਤਾ ਪ੍ਰਤੀ ਕਹਿੰਦੇ ਹੋ। ਦੁਖ ਨਾਨਕ ਰੰਜ ਸਦਾ ਘਰ ਮਾਹੀ। ਘਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਫਿਰ ਸੁਣ ਕੇ ਦੁੱਖ ਹੁੰਦਾ ਹੈ, ਜਿਸ ਕਰਕੇ ਉਹਨਾਂ ਦੇ ਮਨ ਦੇ ਅੰਦਰ ਵੀ ਰੰਜ ਰਹਿੰਦਾ ਹੈ। ਇਸ ਪ੍ਰਕਾਰ ਸਦਾ ਹੀ ਤੁਸੀਂ ਜਿਹੜਾ ਹੈ ਗੁੱਸੇ ਵਿੱਚ ਆ ਕਰਕੇ ਦੁਰਵਾਕ ਬੋਲ ਦਿੰਦੇ ਹੋ। ਨਹਿ ਮੇਲ ਬਨੈ ਤੁਮਰੋ ਉਨਕੋ। ਨਹੀਂ ਮੇਲ ਬਣਦਾ ਬਾਬਾ ਕਾਲੂ
ਤੇਰਾ ਤੇ ਗੁਰੂ ਨਾਨਕ ਸਾਹਿਬ ਜੀ ਦਾ। ਜਿਮ ਪੂਰਬ ਪੱਛਮ ਦਵੈ ਨਰ ਜਾਹੀ। ਜਿਵੇਂ ਪੂਰਬ ਅਤੇ ਪੱਛਮ ਨੂੰ ਦੋ ਮਨੁੱਖ ਜਿਹੜੇ ਜਾਣ ਵਾਲੇ ਆ, ਕਿਵੇਂ ਇੱਕ ਪੂਰਬ ਨੂੰ ਜਾਣ ਵਾਲਾ, ਇੱਕ ਪੱਛਮ ਨੂੰ ਜਾਣ ਵਾਲਾ ਹੈ। ਤੁਹਾਡਾ ਜਿਹੜਾ ਮਨ ਹੈ ਉਹ ਸੰਸਾਰ ਵੱਲ ਨੂੰ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਤਾਂ ਮੁਕਤੀ ਦਾਤਾ ਹਨ, ਪਰਮਾਰਥ ਵੱਲ ਨੂੰ ਉਹਨਾਂ ਦਾ ਸੰਸਾਰ ਨੂੰ ਤਿਆਗ ਕਰਕੇ ਮਨ ਹੈ। ਕਿਵੇਂ ਤੁਹਾਡਾ ਮੇਲ ਹੋ ਸਕਦਾ ਏ? ਮਨ ਲੋਲਪਤਾ ਤਵ ਤਾਹੇ ਉਦਾਰਤ। ਤੁਹਾਡੇ ਮਨ ਦੇ ਅੰਦਰ ਲਾਲਚ ਹੈ ਮਾਇਆ ਦਾ, ਤੇ ਉਹਨਾਂ ਦੇ ਮਨ ਦੇ ਅੰਦਰ ਉਦਾਰਤਾ ਹੈ। ਉਹ ਦਾਤੇ ਹੋ ਕਰਕੇ ਸਭ ਕੁਝ ਵੰਡ ਦਿੰਦੇ ਆ। ਉਹਨਾਂ ਦਾ ਮਨ ਕੋਮਲ ਹੈ, ਉਹਨਾਂ ਦੇ ਮਨ ਦੇ ਅੰਦਰ ਉਦਾਰਤਾ ਹੈ ਸਭ ਦੇ ਪ੍ਰਤੀ। ਸੰਤ ਸੁਭਾਏ ਸਦਾ ਕਰੁਣਾਹੀ। ਸੰਤ ਸੁਭਾਏ ਉਹਨਾਂ ਦਾ ਤੇ ਸਦਾ ਕਿਰਪਾ ਹੀ ਕਰਦੇ ਨੇ। ਪੁਨ ਸੇਵਕ ਭੇਜ ਬੁਲਾਏ ਕਹਿ ਨਾਨਕ। ਫਿਰ ਆਪਣਾ ਇੱਕ ਨੌਕਰ ਸੇਵਕ ਭੇਜ ਕੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੁਲਾਉਣਾ ਕੀਤਾ। ਪਾਸ ਬਸਾਏ ਕਹਿ ਸਾਦਰ ਪ੍ਰਾਹੀ। ਤੇ ਕੋਲ ਬਿਠਾ ਕਰਕੇ ਬੜੇ ਸਤਿਕਾਰ ਨਾਲ ਰਾਏ ਜੀ ਤੇ ਸਮੇਂ ਕਹਿਣ ਲੱਗੇ, ਦੋਹਰਾ ਪਤੀਆ ਮੈਂ ਲਿਖ ਦਿਆ ਹਾਂ। ਕਹਿਣ ਲੱਗੇ ਕਿ ਮੈਂ ਪੱਤਰਕਾ ਜਿਹੜੀ ਹੈ ਉਹ ਲਿਖ ਦਿੰਦਾ ਹਾਂ। ਜਾਵੋ ਪੁਰ ਸੁਲਤਾਨ। ਗੁਰੂ ਨਾਨਕ ਸਾਹਿਬ ਜੀ ਨੂੰ ਰਾਏ ਜੀ ਕਹਿੰਦੇ ਤੁਸੀਂ ਹੁਣ ਸੁਲਤਾਨਪੁਰ ਨੂੰ ਚਲੇ ਜਾਵੋ। ਪਰ ਚੁਹਗੇ ਸੁਖ ਪਾਏ ਹਾਂ। ਉਥੇ ਸੁਖ ਪਾ ਕਰਕੇ ਤੁਹਾਡਾ ਦਿਲ ਜਿਹੜਾ ਹੈ ਲੱਗ ਜਾਵੇਗਾ, ਉਥੇ ਤੁਹਾਡਾ ਮਨ ਪਰਚ ਜਾਵੇਗਾ ਸੁਖ ਪਾ ਕਰਕੇ। ਕਾਲੂ ਕਲਹਿ ਨਿਦਾਨ। ਤੇ ਇੱਥੇ ਤੁਹਾਡੇ ਪਿਤਾ ਬਾਬਾ ਕਾਲੂ ਦੀ ਜਿਹੜੀ ਕਲਹ ਲੜਾਈ ਹੈ, ਝਗੜਾ ਹੈ, ਉਹ ਵੀ ਮੁੱਕ ਜਾਵੇਗਾ, ਉਹਦਾ ਵੀ ਅੰਤ ਹੋ ਜਾਵੇਗਾ ਝਗੜੇ ਦਾ। ਸੋਰਠਾ ਇਹ ਬਿਦ ਕਹਿ ਕਰ ਰਾਏ। ਇਸ ਤਰੀਕੇ ਨਾਲ ਕਹਿ ਕਰਕੇ ਰਾਏ ਬੁਲਾਰ ਜੀ ਪਾਤੀ ਲਿਖੀ ਜਰਾਮ ਕੋ। ਜੈ ਰਾਮ ਜੀ ਦੇ ਨਾਮ ਦੇ ਉੱਤੇ ਰਾਏ ਬੁਲਾਰ ਜੀ ਨੇ ਪੱਤਰਕਾ ਲਿਖਣਾ ਕੀਤੀ। ਨਾਨਕ ਤੁਮ ਟਿਕ ਆਏ। ਕੀ ਲਿਖਿਆ ਪੱਤਰਕਾ ਵਿੱਚ ਕਿ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਐ ਜਾ ਰਾਮ ਤੇਰੇ ਕੋਲ ਆ ਰਹੇ ਨੇ। ਭਾਗ ਵੱਡੇ ਨਿਜ ਜਾਣੀਏ। ਆਪਣੇ ਵੱਡੇ ਭਾਗ ਤੁਸੀਂ ਜਾਣਨਾ ਕਰੋ। ਭੁਜੰਗ ਛੰਦ ਜਿਤੀ ਸੇਵ ਹੋਵੇ ਕਰੋ ਆਪ ਜਾਂ ਕੀ। ਜਿੰਨੀ ਵੀ ਤੁਹਾਡੇ ਕੋ ਹੋ ਸਕੇ ਇਹਨਾਂ ਦੀ ਭਾਵਨਾ ਲਾ ਕਰਕੇ ਸੇਵਾ ਕਰਿਓ। ਇਹ ਰਾਏ ਬੁਲਾਰ ਜੀ ਪੱਤਰਕਾ ਵਿੱਚ ਲਿਖ ਰਹੇ ਆ ਸ਼ਰਧਾ ਨਾਲ। ਲਿਖੀ ਰਾਏ ਐਸੇ ਭਇਓ ਪ੍ਰੇਮ ਛਾਕੀ। ਇਸ ਤਰ੍ਹਾਂ ਰਾਏ ਜੀ ਜਦੋਂ ਲਿਖ ਰਹੇ ਆ ਤੇ ਪ੍ਰੇਮ ਦੇ ਵਿੱਚ ਲਿਖਦਿਆਂ ਹੋਇਆਂ ਦਾ ਹੀ ਮਨ ਜਿਹੜਾ ਉਹ ਗਦਗਦ ਹੋ ਗਿਆ। ਇਸ ਪ੍ਰਕਾਰ ਪ੍ਰੇਮ ਦੇ ਵਿੱਚ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪੱਤਰਕਾ ਦੇ ਉੱਤੇ ਜੋ ਲਿਖ ਰਹੇ ਆ ਤੇ ਉਹ ਲਿਖਦਿਆਂ ਹੋਇਆਂ ਹੀ ਮਨ ਦੇ ਅੰਦਰ ਪ੍ਰੇਮ ਛਾ ਗਿਆ ਹੈ। ਦਈ ਹਾਥ ਮੈਂ ਹੇਰ ਰੂਪੰ ਦਇਆਲਾ। ਦਇਆਲੂ ਸਤਿਗੁਰੂ ਜੀ ਦਾ ਸਰੂਪ ਵੇਖ ਕਰਕੇ ਫਿਰ ਉਹ ਪੱਤਰਕਾ ਜਿਹੜੀ ਸੀ ਸਤਿਗੁਰਾਂ ਜੀ ਦੇ ਹੱਥ ਵਿੱਚ ਇਉਂ ਰਾਏ ਜੀ ਨੇ ਦੇਣਾ ਕੀਤੀ। ਬੁਲਾਇਓ ਮੁਝੇ ਸੰਗ ਦੇਨੇ ਕਿਰਪਾਲਾ। ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਫਿਰ ਬੁਲਾ ਲਿਆ ਕਿਰਪਾਲੂ ਸਤਿਗੁਰੂ ਜੀ ਦੇ ਨਾਲ ਭੇਜਣ ਵਾਸਤੇ। ਭਰਿਓ ਫੇਰ ਅੰਕੰ ਮੁਖੰ ਲੀਨ ਚੂਮੰ। ਤੇ ਜੱਫੀ ਵਿੱਚ ਭਰ ਕਰਕੇ ਰਾਏ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਮਸਤਕ ਜਿਹੜਾ ਸੀ ਉਹ ਚੁੰਮਣਾ ਕੀਤਾ। ਮੁਚਿਓ ਨੈਣ ਨੀਰੰ ਗਿਰੀ ਬੂੰਦ ਭੂਮੰ। ਤੇ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਤੇ ਸਮੇਂ ਨੀਰ ਵਹਿ ਤੁਰਿਆ ਤੇ ਅਥਰੂਆਂ ਦੀਆਂ ਬੂੰਦਾਂ ਜਿਹੜੀਆਂ ਸੀ ਰਾਏ ਜੀ ਦੇ ਤੇ ਸਮੇਂ ਨੇਤਰਾਂ ਵਿੱਚੋਂ ਨਿਕਲ ਕੇ ਧਰਤੀ ਦੇ ਉੱਤੇ ਡਿੱਗੀਆਂ ਨੇ। ਮਨੋ ਵਿਯੋਗ ਪੀਰੰ ਹਿਰਦੇ ਮੈਂ ਸਮਾਵੈ। ਜਿਹੜੀ ਸਤਿਗੁਰਾਂ ਜੀ ਦੇ ਵਿਛੋੜੇ ਦੀ ਪੀੜਾ ਨਾ, ਇਹ ਰਾਏ ਬੁਲਾਰ ਜੀ ਦੇ ਮਨ ਦੇ ਅੰਦਰ ਬਹੁਤ ਭਾਰੀ ਪਿਆਰ ਦਾ ਉਛਾਲਾ ਆਇਆ ਤੇ ਸਤਿਗੁਰੂ ਜੀ ਦੇ ਵਿਛੜਨ ਦੀ ਪੀੜਾ ਜਿਹੜੀ ਹੈ ਨਾ ਉਹ ਰਾਏ ਜੀ ਤੋਂ ਸਹਾਰੀ ਨਹੀਂ ਗਈ। ਜਾਣਨਾ ਕਰੋ। ਚਖੰ ਦਵਾਰ ਆਮੇਯ ਬਾਹਿੰ ਸੋ ਆਵੈ। ਤੇ ਚਖੰਗ ਦੁਆਰ ਜਿਹੜੇ ਨੇਤਰਾਂ ਦੇ ਦੁਆਰ ਹਨ ਉਹਨਾਂ ਦੇ ਰਾਹੀਂ ਇਹ ਪੀੜਾ ਜਿਹੜੀ ਹੈ ਨਿਕਲ ਕਰਕੇ ਬਾਹਰ ਪ੍ਰਗਟ ਹੋ ਰਹੀ ਹੈ। ਅੰਦਰ ਮਿਓ ਨਹੀਂ ਸਕੀ, ਅੰਦਰ ਸਮਾ ਨਹੀਂ ਸਕੀ ਇਹ ਪੀੜਾ ਤੇ ਨੇਤਰਾਂ ਰਾਹੀਂ ਅਥਰੂ ਬਣ ਕਰਕੇ ਇਹ ਪੀੜਾ ਜਿਹੜੀ ਹੈ ਵਿਯੋਗ ਦੀ ਵਿਛੋੜੇ ਦੀ ਬਾਹਰ ਆ ਗਈ ਹੈ। ਦਿਲਾਸਾ ਦਇਓ ਹੈ ਧਰਿਓ ਹਾਥ ਸੀਸੰ। ਤੇ ਸਮੇਂ ਰਾਏ ਜੀ ਨੇ ਦਿਲਾਸਾ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਉਂਕਿ ਬਜ਼ੁਰਗਾਂ ਵਾਂਗੂ ਹਨ
ਤੇ ਰਾਏ ਜੀ ਨੇ ਸੀਸ ਤੇ ਹੱਥ ਰੱਖਣਾ ਕੀਤਾ ਵਿਦਾ ਕੀਨ ਪ੍ਰੀਤੰ ਬਹੁਤੀ ਛਤੀਸੰ। ਤੇ ਬਹੁਤ ਪ੍ਰੇਮ ਦੇ ਨਾਲ ਪ੍ਰੀਤ ਦੇ ਨਾਲ ਰਾਜੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਵਿਦਾ ਕਰਨਾ ਕੀਤਾ। ਗਏ ਧਾਮ ਮਾਤਾ ਮਿਲੀ ਅਸਰ ਡਾਰੀ। ਜਦੋਂ ਘਰ ਵਿੱਚ ਗਏ ਮਹਾਰਾਜ ਮਾਤਾ ਤ੍ਰਿਪਤਾ ਜੀ ਮਿਲੇ, ਨੇਤਰਾਂ ਵਿੱਚੋਂ ਹੰਝੂ ਕੇਰ ਰਹੇ ਨੇ। ਵਿਧਾਤਾ ਗਤੰ ਨਾ ਲਖੀ ਜਾਏ ਨਿਆਰੀ। ਕਹਿਣ ਲੱਗੇ ਹੈ ਪਰਮੇਸ਼ਰ, ਇਹ ਤੇਰੀ ਗਤ ਨਿਆਰੀ ਹੈ, ਨਹੀਂ ਲਖੀ ਜਾਂਦੀ, ਨਹੀਂ ਜਾਣੀ ਜਾਂਦੀ। ਇਹ ਤੇਰੇ ਕੌਤਕ ਅਸਚਰਜ ਹਨ, ਨਿਆਰੇ ਹਨ। ਇਕੰ ਤਾਤ ਮੇਰੋ ਵਿਯੋਗੰ ਸੋ ਕੀਨੋ। ਇੱਕੋ ਹੀ ਮੇਰਾ ਪੁੱਤਰ ਤੇ ਉਹ ਵੀ ਮੇਰੇ ਨਾਲੋਂ ਵਿਛੜ ਚੱਲਿਆ, ਵਿਛੋੜਾ ਪਾ ਦਿੱਤਾ ਏ। ਨਾ ਦੇਵੰ ਸਹਾਰਿਓ ਨਾ ਦੇਖਨ ਦੀਨੋ। ਹੋਣੀ ਨੇ ਨਹੀਂ ਸਹਾਰਿਆ ਤੇ ਮੈਨੂੰ ਦੇਖਣ ਵੀ ਨਹੀਂ ਚੰਗੀ ਤਰ੍ਹਾਂ ਦਿੱਤਾ, ਮੈਂ ਤਾਂ ਰੱਜ ਕੇ ਦਰਸ਼ਨ ਵੀ ਨਾ ਕੀਤੇ। ਇਉਂ ਮਾਤਾ ਜੀ ਦਾ ਹਿਰਦਾ ਨਾ ਪਿਆਰ ਵਾਲਾ। ਕਹਿੰਦੇ ਐ ਕਿ ਇਉਂ ਇਹ ਕੀ ਭਾਣਾ ਹੋਇਆ ਕਿ ਮੈਂ ਤਾਂ ਚੰਗੀ ਤਰ੍ਹਾਂ ਦਰਸ਼ਨ ਵੀ ਨਹੀਂ ਕੀਤੇ ਹਨ। ਭਰੇ ਅੰਕ ਮੈਂ ਸੀਤ ਸਵਾਸਨ ਨਿਕਾਰੇ। ਆਪਣੇ ਗਲ ਵਿੱਚ ਲੈ ਕਰਕੇ ਮਾਤਾ ਜੀ ਤੇ ਸਮੇਂ ਠੰਡੇ ਠੰਡੇ ਲੰਮੇ ਸਵਾਸ ਲੈਂਦੇ ਆ। ਵੱਡੀ ਪੀਰ ਮਾਨੋ ਹੁਵੇ ਪ੍ਰਾਨ ਨਿਆਰੇ। ਬਹੁਤ ਭਾਰੀ ਪੀੜਾ ਮਾਤਾ ਜੀ ਦੇ ਮਨ ਵਿੱਚ ਇਉਂ ਮਹਿਸੂਸ ਹੋ ਰਿਹਾ ਜਿਵੇਂ ਪ੍ਰਾਣ ਹੀ ਸਰੀਰ ਤੋਂ ਵੱਖ ਹੋ ਚੱਲੇ ਹੋਣ। ਕਹੋ ਤਾਤ ਤੇਰੇ ਬਿਨਾ ਕੈਸ ਜੀਵੋ। ਕਹਿਣ ਲੱਗੇ ਮਾਤਾ ਜੀ, ਹੈ ਪੁੱਤਰ ਨਾਨਕ, ਤੁਹਾਡੇ ਤੋਂ ਬਿਨਾ ਮੈਂ ਕਿਸ ਤਰ੍ਹਾਂ ਜੀਵਾਂਗੀ। ਸਹਿਓ ਜਾਏ ਨਾਹੀ ਵਿਖੇ ਘੋਰ ਪੀਵਾ। ਮੇਰੇ ਕੋਲੋਂ ਸਹਾਰਿਆ ਨਹੀਂ ਜਾਵੇਗਾ ਤੁਹਾਡਾ ਵਿਛੋੜਾ, ਮੈਂ ਤਾਂ ਜ਼ਹਿਰ ਘੋਲ ਕੇ ਪੀ ਕੇ ਜਿਵੇਂ ਮਰ ਜਾਵਾਂਗੀ। ਕਿਆ ਮੈਂ ਨਿਹਾਰੋ ਸੋ ਪਾਛੈ ਇਕਾਕੀ। ਮੈਂ ਇਕੱਲੀ ਪਿੱਛੋਂ ਕੀ ਵੇਖਾਂਗੀ ਘਰ ਦੇ ਅੰਦਰ। ਹੁਤੋ ਸੂਨ ਏਕੋ ਸਮੀਪੰ ਨਾ ਤਾਕੀ। ਇੱਕੋ ਇੱਕ ਮੇਰਾ ਪੁੱਤਰ ਤੇ ਉਹ ਵੀ ਮੇਰੇ ਕੋਲ ਨਹੀਂ ਹੋਵੇਗਾ। ਕਰੀ ਬੰਦਨਾ ਮਾਤ ਕੋ ਰੋਤ ਛੋਰੀ। ਮਹਾਰਾਜ ਜੀ ਨੇ ਫਿਰ ਜਿਸ ਤਰ੍ਹਾਂ ਹੁਣ ਇਹ ਜੋ ਕੁਝ ਸੱਚੇ ਪਾਤਸ਼ਾਹ ਜੀ ਆਪ ਹੀ ਸਾਰਾ ਵਰਤਾਰਾ ਵਰਤਾ ਰਹੇ ਐ। ਰਾਏ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਇਉਂ ਜਿਹੜਾ ਹੈ ਸੁਲਤਾਨਪੁਰ ਜਾਣ ਵਾਸਤੇ ਬੇਨਤੀ ਕਰ ਦਿੱਤੀ ਹੈ ਤੇ ਇਉਂ ਸਤਿਗੁਰਾਂ ਜੀ ਨੇ ਫਿਰ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ ਤੇ ਬਰਾਗ ਕਰਦਿਆਂ ਹੋਇਆਂ ਹੀ ਮਾਤਾ ਨੂੰ ਛੱਡ ਕੇ ਤੁਰੇ ਹਨ। ਪਿਤਾ ਕੋ ਨਮੋ ਕੀਨ ਦੋ ਹਾਥ ਜੋਰੀ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਵੀ ਨਮਸਕਾਰ ਕਰਨਾ ਕੀਤੀ। ਸਖਾ ਕੋ ਮਿਲੇ ਜੋ ਹੋਤੇ ਬਾਲ ਪਿਆਰੇ। ਜਿਹੜੇ ਮਹਾਰਾਜ ਜੀ ਦੇ ਸਖੇ ਮਿੱਤਰ ਹਨ ਨਾ ਬਚਪਨ ਦੇ, ਬੜੇ ਹੀ ਜਿਹੜੇ ਬਾਲ ਪਿਆਰੇ ਆ ਸਤਿਗੁਰਾਂ ਜੀ ਨੂੰ, ਉਹਨਾਂ ਆਪਣੇ ਬਚਪਨ ਦੇ ਮਿੱਤਰਾਂ ਨੂੰ ਸਤਿਗੁਰੂ ਜੀ ਇੱਕ ਵਾਰੀ ਫਿਰ ਤਲਵੰਡੀ ਵਿੱਚ ਵਿਚਰ ਕੇ ਮਹਾਰਾਜ ਮਿਲੇ ਆ ਸਭ ਨੂੰ ਜਾ ਕਰਕੇ। ਮੁਝੇ ਸੰਗ ਲੈ ਫੇਰ ਪੰਥੰ ਪਧਾਰੇ। ਫਿਰ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਰਸਤੇ ਨੂੰ ਚੱਲ ਪਏ। ਵਿਖੇ ਤੇ ਵਿਰਾਗੰ ਵਿਚਾਰੰ ਕਹਾਣੀ। ਮਹਾਰਾਜ ਐਸੀ ਕਹਾਣੀ ਐਸੀ ਕਥਾ ਆਪਣੇ ਮੁਖ ਤੋਂ ਕਹਿੰਦੇ ਤੁਰੇ ਜਾਂਦੇ ਐ ਜਿਨ੍ਹਾਂ ਬਚਨਾਂ ਦੇ ਸੁਣਨ ਨਾਲ ਵਿਸ਼ਿਆਂ ਤੋਂ ਵਿਰਾਗ ਪੈਦਾ ਹੋ ਜਾਵੇ। ਵਿਸ਼ੇ ਜਿਹੜੇ ਐ ਉਹ ਕੌੜੇ ਲੱਗਣ ਲੱਗ ਜਾਣ ਤੇ ਮਨ ਦੇ ਅੰਦਰ ਵਿਰਾਗ ਪੈਦਾ ਹੋਵੇ। ਇਹੋ ਜਿਹੇ ਬਚਨ ਸ੍ਰੀ ਗੁਰੂ ਜੀ ਆਪਣੇ ਮੁਖ ਤੋਂ ਕਰਦੇ ਆ। ਮਗੰ ਜਾਤ ਭਾਖੈ ਭਲੇ ਮੋਖ ਦਾਨੀ। ਇਉਂ ਭਲੇ ਬਚਨ ਸਤਿਗੁਰੂ ਜੀ ਜੋ ਮੁਕਤੀ ਦੇ ਦਾਤਾ ਹਨ ਗੁਰੂ ਨਾਨਕ ਸਾਹਿਬ ਜੀ, ਰਸਤੇ ਤੇ ਤੁਰੇ ਜਾਂਦੇ ਹੋਏ ਸਤਿਗੁਰੂ ਜੀ ਇਸ ਤਰ੍ਹਾਂ ਦੇ ਬਚਨ ਆਪਣੇ ਸ਼੍ਰੀ ਕੰਠ ਤੋਂ ਕਹਿੰਦੇ ਨੇ। ਪੁਰੀ ਨੀਅਰਾਨੀ ਕਟੀ ਬਾਟ ਸਾਰੀ। ਸਾਰਾ ਰਸਤਾ ਜਦੋਂ ਲੰਘ ਗਏ ਤੇ ਸਾਰੀ ਬਾਟ ਜਿਹੜੀ ਸੀ ਕੱਟੀ ਗਈ ਤੇ ਇਉਂ ਜਿਹੜੀ ਸੁਲਤਾਨਪੁਰ ਨਗਰੀ ਆ ਉਹ ਨੇੜੇ ਆ ਗਈ। ਪ੍ਰਵੇਸ਼ੰ ਬਾਜ਼ਾਰੰ ਕੀਓ ਹੇਰ ਚਾਰੀ। ਸੱਚੇ ਪਾਤਸ਼ਾਹ ਬਾਜ਼ਾਰ ਦੇ ਅੰਦਰ ਪ੍ਰਵੇਸ਼ ਕੀਤਾ। ਭਾਈ ਬਾਲਾ ਜੀ ਕਹਿੰਦੇ ਬਹੁਤ ਸੁੰਦਰ ਬਾਜ਼ਾਰ ਵੇਖਿਆ। ਗਏ ਧਾਮ ਜੈ ਰਾਮ ਦੇ ਦੀਨ ਰਾਈ। ਬੇਦੀਆਂ ਦੇ ਰਾਏ ਰਾਜਾ ਸਰੂਪ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜੈ ਰਾਮ ਜੀ ਦੇ ਘਰ ਪਹੁੰਚ ਗਏ। ਤਬੈ ਨਾਨਕੀ ਸੋਦਰੀ ਦੇਖ ਧਾਈ। ਮਹਾਰਾਜ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਹਜੂਰ ਨੂੰ ਜਦੋਂ ਆਇਆ ਵੇਖਿਆ, ਬੜੇ ਹੀ ਚਾਅ ਦੇ ਨਾਲ ਦੌੜ ਕੇ ਆਏ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਵਾਸਤੇ। ਉਬੈ ਪੈਰ ਪੈ ਆਨ ਕੈ ਸੀਸ ਧਾਰਿਓ। ਹਜੂਰ ਦੇ ਦੋਵਾਂ ਚਰਨਾਂ ਤੇ ਆ ਕਰਕੇ ਬੇਬੇ ਜੀ ਨੇ ਤੇ ਸਮੇਂ ਸੀਸ ਧਰਨਾ ਕੀਤਾ।
ਮੱਥਾ ਟੇਕਿਆ ਨਮਸਕਾਰ ਕੀਤੀ। ਦਇਆ ਐਨ ਯੋ ਦੇਖ ਬੈਨੰ ਉਚਾਰਿਓ। ਤੇ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਬੇਬੇ ਜੀ ਨੂੰ ਕਰਦਿਆਂ ਹੋਇਆਂ ਵੇਖ ਕੇ ਹਜੂਰ ਨੇ ਆਪਣੇ ਮੁਖ ਤੋਂ ਬਚਨ ਕਹਿਣਾ ਕੀਤਾ। ਵੱਡੀ ਸੋਦਰੀ ਮੋਹਿ ਤੇ ਬੈਸ ਤੇਰੀ। ਕਹਿਣ ਲੱਗੇ, ਹੈ ਬੇਬੇ ਜੀ, ਆਪ ਜੀ ਦੀ ਉਮਰ ਤਾਂ ਸਾਡੇ ਨਾਲੋਂ ਵੱਡੀ ਹੈ, ਤੁਸੀਂ ਸਾਡੇ ਨਾਲੋਂ ਉਮਰ ਵਿੱਚ ਵੱਡੇ ਹੋ। ਕਰੋ ਬੰਦਨਾ ਯੋਗਤਾ ਹੈ ਸੋ ਮੇਰੀ। ਇਹ ਤਾਂ ਤੁਹਾਡੇ ਚਰਨਾਂ ਤੇ ਨਮਸਕਾਰ ਸਾਨੂੰ ਕਰਨੀ ਚਾਹੀਦੀ ਹੈ। ਸਾਡੇ ਲਈ ਇਹ ਯੋਗ ਹੈ ਕਿ ਅਸੀਂ ਤੁਹਾਡੇ ਚਰਨਾਂ ਤੇ ਨਮਸਕਾਰ ਕਰੀਏ। ਤੁਸੀਂ ਸਾਡੇ ਨਾਲ ਉਮਰ ਵਿੱਚ ਵੱਡੇ ਹੋ। ਅਪੂਠੀ ਕਰੀ ਬਾਤ ਯੋਗੂ ਨਾ ਐਸੇ। ਤੁਸੀਂ ਪੁੱਠੀ ਗੱਲ ਕੀਤੀ ਹੈ, ਇਹ ਤੁਹਾਨੂੰ ਇਉਂ ਕਰਨਾ ਯੋਗ ਨਹੀਂ ਹੈ। ਕਿਉ ਸੋਦਰੀ ਜੋ ਅਬੈ ਆਪ ਜੈਸੇ। ਜਿਸ ਤਰ੍ਹਾਂ ਹੈ ਬੇਬੇ ਜੀ ਤੁਸਾਂ ਇਹ ਕੀਤਾ ਹੈ ਨਾ ਭੈਣ ਜੀ, ਇਹ ਜਿਸ ਤਰ੍ਹਾਂ ਕੀਤਾ ਹੈ ਤੁਹਾਨੂੰ ਯੋਗ ਨਹੀਂ, ਠੀਕ ਨਹੀਂ ਤੁਸਾਂ ਕੀਤਾ ਹੈ। ਕਹੈ ਨਾਨਕੀ ਸਾਚ ਜੈਸੇ ਬਖਾਨੀ। ਬੇਬੇ ਨਾਨਕੀ ਜੀ ਅੱਗੋਂ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਠੀਕ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪ ਜੀ ਨੇ ਮੁਖ ਤੋਂ ਕਿਹਾ ਨਾ, ਇਹ ਸੱਚ ਗੱਲ ਹੈ ਜੋ ਆਪ ਕਹਿੰਦੇ ਹੋ। ਜੁਈ ਹੋਏ ਭਰਾਤਾ ਕਹੋ ਸੋ ਪ੍ਰਮਾਨੀ। ਜੇ ਤਾਂ ਆਪ ਕੱਲੇ ਭਰਾ ਹੀ ਹੋਵੋ ਤਾਂ ਫਿਰ ਤਾਂ ਮੈਂ ਤੁਹਾਡੀ ਕਹੀ ਹੋਈ ਗੱਲ ਨੂੰ ਮੰਨ ਜਾਵਾਂ। ਨਹੀਂ ਭਰਾਤ ਕਾਕੇ ਜਗਨ ਈਸ ਪੇਖੋ। ਮਹਾਰਾਜ ਤੁਸੀਂ ਤਾਂ ਕਿਸੇ ਦੇ ਭਰਾ ਨਹੀਂ ਹੋ ਸੱਚੇ ਪਾਤਸ਼ਾਹ, ਤੁਸੀਂ ਤਾਂ ਜਗਤ ਦੇ ਮਾਲਕ ਹੋ ਜੋ ਮੈਨੂੰ ਦਿਸ ਰਿਹਾ ਹੈ, ਜੋ ਮੈਂ ਵੇਖ ਰਹੀ ਹਾਂ। ਬੇਬੇ ਨਾਨਕੀ ਜੀ ਨੇ ਜਦੋਂ ਗੁਰੂ ਜੀ ਦਾ ਦਰਸ਼ਨ ਕੀਤਾ ਸੀ ਨਾ, ਜਦੋਂ ਮਹਾਰਾਜ ਅਵਤਾਰ ਧਾਰਿਆ ਸੀ ਸੱਚੇ ਪਾਤਸ਼ਾਹ ਜੀ ਨੇ, ਦਰਸ਼ਨ ਕਰਦਿਆਂ ਸਾਰੀ ਬੇਬੇ ਨਾਨਕੀ ਜੀ ਨੂੰ ਪ੍ਰਤੀਤ ਹੋ ਆਈ ਸੀ ਕਿ ਗੁਰੂ ਨਾਨਕ ਸਾਹਿਬ ਆਪ ਖੁਦ ਨਿਰੰਕਾਰ ਹਨ। ਇਸੇ ਕਰਕੇ ਬੇਬੇ ਨਾਨਕੀ ਜੀ ਨੂੰ ਪਹਿਲੇ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ। ਸੱਚੇ ਪਾਤਸ਼ਾਹ ਜੀ ਨੂੰ ਕੇਵਲ ਆਪਣਾ ਵੀਰ ਕਰਕੇ ਨਹੀਂ ਜਾਣਦੇ, ਨਿਰੰਕਾਰ ਕਰਕੇ ਜਾਣਦੇ ਐ। ਤੇ ਇਹ ਬੇਬੇ ਜੀ ਮੁਖ ਤੋਂ ਕਹਿੰਦੇ ਹਨ, ਨਹੀਂ ਭਰਾਤ ਕਾਕੇ ਜਗਨ ਈਸ ਪੇਖੋ। ਮੈਂ ਤਾਂ ਤੁਹਾਨੂੰ ਜਗਤ ਦੇ ਈਸ਼ ਮਾਲਕ ਵੇਖ ਰਹੀ ਹਾਂ, ਤੁਸੀਂ ਕਿਸੇ ਦੇ ਭਰਾ ਨਹੀਂ ਹੋ। ਹਿਰਦੈ ਆਪਣੇ ਮੈਂ ਨਾ ਭਰਾਤਾ ਭੇ ਲੇਖੋ। ਤੇ ਮੈਂ ਨਹੀਂ ਇਹ ਕੱਲਾ ਜਾਣਦੀ ਕਿ ਤੁਸੀਂ ਕੱਲੇ ਮੇਰੇ ਭਰਾ ਹੀ ਹੋ, ਨਹੀਂ ਤੁਸੀਂ ਤਾਂ ਆਪ ਖੁਦ ਪਰਮੇਸ਼ਰ ਹੋ। ਨਾ ਆਦੰ ਨਾ ਅੰਤੰ ਬੇਅੰਤੰ ਸਰੂਪੰ। ਨਾ ਤੁਹਾਡਾ ਕੋਈ ਆਦ ਹੈ ਨਾ ਕੋਈ ਅੰਤ ਹੈ, ਬੇਅੰਤ ਸਰੂਪ ਹੋ ਆਪ, ਤੁਹਾਨੂੰ ਜਾਣਿਆ ਨਹੀਂ ਜਾ ਸਕਦਾ। ਪਿਤਾ ਹੈ ਨਾ ਮਾਤਾ ਨਾ ਬੰਧਨ ਅਨੂਪੰ। ਨਾ ਤੁਹਾਡੀ ਕੋਈ ਮਾਤਾ ਏ ਨਾ ਤੁਹਾਡਾ ਕੋਈ ਪਿਤਾ ਏ, ਨਾ ਹੀ ਤੁਹਾਨੂੰ ਕਿਸੇ ਪ੍ਰਕਾਰ ਦੇ ਸੰਸਾਰ ਦੇ ਇਹ ਰਿਸ਼ਤਿਆਂ ਦੇ ਬੰਧਨ ਹਨ। ਆਪ ਉਪਮਾ ਤੋਂ ਰਹਿਤ ਹੋ, ਆਪ ਦੇ ਸਰੂਪ ਦੀ ਉਪਮਾ ਕਹੀ ਨਹੀਂ ਜਾ ਸਕਦੀ। ਨਿਜੰਗ ਇਛ ਤੇ ਦੇਹ ਧਾਰੀ ਦਿਆਲੰ। ਹੇ ਦਿਆਲੂ ਨਿਰੰਕਾਰ ਜੀ, ਆਪ ਨੇ ਆਪਣੀ ਇੱਛਾ ਦੇ ਮੁਤਾਬਕ ਇਹ ਗੁਰੂ ਨਾਨਕ ਸਾਹਿਬ ਵਾਲਾ ਸਰੀਰ ਧਾਰਨ ਕੀਤਾ ਹੈ। ਉਦਾਰਨ ਮੰਦੰ ਜਗੰ ਜੀਵ ਜਾਲੰ। ਜਿਹੜੇ ਸਮੂਹ ਜਗਤ ਦੇ ਜੀਵ ਹਨ, ਜਿਹੜੇ ਮੰਦੀ ਬਿਰਤੀ ਨੂੰ ਧਾਰਨ ਕਰ ਚੁੱਕੇ ਐ, ਉਹਨਾਂ ਨੂੰ ਉਦਾਹਰਨ ਲਈ, ਉਹਨਾਂ ਦਾ ਭਲਾ ਕਰਨ ਲਈ ਹੇ ਵਾਹਿਗੁਰੂ, ਹੇ ਨਿਰੰਕਾਰ, ਆਪ ਨੇ ਅਵਤਾਰ ਧਾਰਿਆ ਏ। ਕਲੀ ਕਾਲ ਮਾਹੀ ਬਿਥਾਰੋ ਸੋ ਚਾਲੀ। ਕਲਯੁਗ ਦੇ ਅੰਦਰ ਜਿਹੜੀ ਚੰਗੀ ਰੀਤੀ ਹੈ ਨਾ, ਉਹਨੂੰ ਫੈਲਾਉਣ ਲਈ, ਮਰਿਆਦਾ ਨੂੰ ਸਥਾਪਿਤ ਕਰਨ ਲਈ ਆਪ ਆਏ ਹੋ। ਮਿਟਾਵੋ ਕੋ ਪੰਥੰ ਕੋ ਦੰਭੰ ਕੋ ਚਾਲੀ। ਆਪ ਜਿਹੜੇ ਕੋ ਪੰਥ ਹੈ, ਖੋਟੇ ਪੰਥ ਵੈ, ਤੇ ਖੋਟੇ ਜਿਹੜੇ ਪਖੰਡ ਹਨ, ਤੇ ਇਸ ਪ੍ਰਕਾਰ ਖੋਟੀਆਂ ਜਿਹੜੀਆਂ ਰੀਤਾਂ ਹਨ, ਉਹਨਾਂ ਨੂੰ ਨਾਸ਼ ਕਰਨ ਲਈ ਆਏ ਹੋ। ਸਦਾ ਐਸ ਹੀ ਮੋਹਿ ਕੋ ਦਾਨ ਦੀਜੈ। ਹੱਥ ਜੋੜੇ ਬੇਬੇ ਨਾਨਕੀ ਜੀ ਨੇ ਸ੍ਰੀ ਗੁਰੂ ਜੀ ਦੇ ਅੱਗੇ ਤੇ ਬੇਨਤੀ ਕੀਤੀ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਸਦਾ ਦਾਨ ਦਿਓ ਕਿ ਤੁਹਾਡਾ ਸਰੂਪ ਨਾ ਮੈਨੂੰ ਕਦੇ ਵਿਸਰੇ। ਮਤੰ ਨਾ ਵਿਸਾਰੋ ਕਬੈ ਯੋ ਪ੍ਰਸੀਜੈ। ਇਸ ਤਰ੍ਹਾਂ ਮੇਰੇ ਤੇ ਸਦਾ ਪ੍ਰਸੰਨਤਾ ਧਾਰਨ ਕਰਕੇ ਰੱਖੋ, ਕਦੇ ਵੀ ਮੇਰੇ ਮਤ ਵਿੱਚੋਂ ਨਿਸ਼ਚਾ ਨਾ ਵਿਸਰੇ। ਆਪ ਜੀ ਦਾ ਸਰੂਪ ਸਦਾ ਮੈਨੂੰ ਸਾਖਿਆਤ ਰਹੇ। ਇਤੇ ਮਦ ਜੈ ਰਾਮ ਆਇਓ ਤਹਾਹੀ। ਇੰਨੇ ਵਿੱਚ ਨੂੰ ਭਾਈਆ ਜੈ ਰਾਮ ਜੀ ਵੀ ਚੱਲ ਕਰਕੇ ਉੱਥੇ ਆ ਗਏ। ਸੁਸਾ ਨਾਨਕੀ ਸੋ ਮਿਲੈ, ਸੁਸਾ ਨਾਨਕੀ ਸੋ ਮਿਲੇ ਬੈਸ ਜਾਹੀ। ਜਿੱਥੇ ਆਪਣੇ ਵੱਡੀ ਭੈਣ ਬੇਬੇ ਨਾਨਕੀ ਜੀ ਨਾਲ ਮਿਲ ਕੇ ਮਹਾਰਾਜ ਬਚਨ ਕਰ ਰਹੇ ਐ, ਬੈਠੇ ਹੋਏ ਹਨ ਸੱਚੇ ਪਾਤਸ਼ਾਹ ਜੀ।
ਜਦੋਂ ਭਾਈਆ ਜੈ ਰਾਮ ਜੀ ਆਏ ਆ। ਉਠੇ ਬੰਦਨਾ ਕੋ ਨਿਹਾਰੇ ਜਰਾਮਾ। ਮਹਾਰਾਜ ਆਪਣੇ ਭਾਈਆ ਜੀ ਦਾ ਸਤਿਕਾਰ ਕਰਨ ਲਈ ਜੈ ਰਾਮ ਜੀ ਦਾ ਹਜੂਰ ਉੱਠਣ ਲੱਗੇ ਐ। ਉੱਠੇ ਆ ਥੋੜਾ ਜਿਹਾ ਤੇ ਜੈ ਰਾਮ ਜੀ ਨੇ ਜਿਸ ਸਮੇਂ ਵੇਖਿਆ ਮਹਾਰਾਜ ਨੂੰ ਉੱਠਦਿਆਂ ਹੋਇਆ, ਹਟਾਇਓ ਇਨੈ ਆਪ ਕੀਨੀ ਪ੍ਰਣਾਮਾ। ਹਜੂਰ ਨੂੰ ਉੱਠਣੋਂ ਰੋਕਦਿਆਂ ਹੋਇਆ ਹਟਾ ਕਰਕੇ ਜੈ ਰਾਮ ਜੀ ਨੇ ਆਪ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਜੈ ਰਾਮ ਜੀ ਨੂੰ ਵੀ ਏਡੀ ਵੱਡੀ ਸ਼ਰਧਾ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪਰਮੇਸ਼ਰ ਸਰੂਪ ਜਾਣਦੇ ਨੇ। ਕਹੇ ਬੈਨ ਜੈ ਰਾਮ ਧਮ ਪੁਨੀਤਾ। ਜੈ ਰਾਮ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸਾਡਾ ਘਰ ਹੀ ਪਵਿੱਤਰ ਹੋ ਗਿਆ। ਭਇਓ ਆਵਨੇ ਤੇ ਉਡੀਕੰਤ ਨੀਤਾ। ਆਪਦੇ ਆਉਣ ਨਾਲ ਪਵਿੱਤਰ ਹੋ ਗਿਆ ਘਰ। ਅਸੀਂ ਤਾਂ ਨਿਤ ਉਡੀਕਦੇ ਸਾਂ ਕਿ ਕਦੋਂ ਆਪ ਆਵੋਗੇ। ਨਿਹਾਲੰ ਕੀਓ ਮੋਹ ਦੀਨੋ ਦਿਦਾਰੰ। ਮਹਾਰਾਜ ਨਿਹਾਲ ਕਰ ਦਿੱਤਾ ਆਪਨੇ ਮੈਨੂੰ ਦਰਸ਼ਨ ਬਖਸ਼ ਕੇ। ਅਹੋ ਸੰਤ ਰੂਪੰ ਅਨੂਪੰ ਦਇਆਰੰ। ਆਪ ਸੰਤ ਸਰੂਪ ਹੋ, ਉਪਮਾ ਤੋਂ ਰਹਿਤ ਹੋ, ਆਪ ਦਇਆ ਦੇ ਘਰ ਹੋ। हे ਸੱਚੇ ਪਾਤਸ਼ਾਹ, ਆਪ ਦੀ ਉਪਮਾ ਨਹੀਂ ਕਹੀ ਜਾ ਸਕਦੀ। ਚਹੋ ਪੋਸ਼ਣ ਜੈਸ ਤੈਸੀ ਹੰਡਾਵੋ। ਜਿਸ ਤਰ੍ਹਾਂ ਦੀਆਂ ਆਪ ਨੂੰ ਪੁਸ਼ਾਕਾਂ ਚਾਹੀਦੀਆਂ ਉਸੇ ਤਰ੍ਹਾਂ ਦੇ ਵਸਤਰ ਹੰਡਾਉਣਾ ਕਰੋ। ਰੁਚੈ ਜੋ ਹਿਰਦੇ ਸੋ ਭਲੀ ਭਾਂਤ ਖਾਵੋ। ਤੇ ਜੋ ਤੁਹਾਡੇ ਮਨ ਵਿੱਚ ਇੱਛਾ ਹੈ ਪਦਾਰਥ ਦੇ ਛਕਣ ਦੀ, ਜੋ ਰੁਚੀ ਹੈ ਉਸ ਤਰ੍ਹਾਂ ਚੰਗੇ ਤਰੀਕੇ ਨਾਲ ਪਦਾਰਥ ਛਕਣਾ ਕਰੋ। ਰਹੋ ਬੈਠ ਆਪੰ ਨਕੇਤੰ ਤੁਮਾਰੋ। ਆਪ ਇੱਥੇ ਹੁਣ ਬੈਠ ਕਰਕੇ ਸਾਡਾ ਭਲਾ ਕਰੋ, ਇਹ ਘਰ ਹੀ ਤੁਹਾਡਾ ਹੈ। ਕਰੋ ਸੰਤ ਸੰਗੰ ਸੋ ਨਾਮੰ ਉਚਾਰੋ। ਤੇ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਉਚਾਰ ਕੇ ਸਦਾ ਇੱਥੇ ਸਤ ਸੰਗਤ ਕਰਨਾ ਕਰੋ। ਦੋਹਰਾ ਆਸ ਬਿਦ ਮਿਲ ਕਰ ਪਰਸਪਰ। ਆਪਸ ਦੇ ਵਿੱਚ ਇਸ ਤਰੀਕੇ ਨਾਲ ਮਿਲ ਕਰਕੇ ਦੋਏ ਦਿਸ਼ ਔਰ ਹਰਖਾਏ। ਦੋਹਾਂ ਪਾਸਿਆਂ ਵੱਲੋਂ ਹਿਰਦੇ ਬੜੇ ਪ੍ਰਸੰਨ ਹੋਏ। ਸ੍ਰੀ ਗੁਰੂ ਜੀ ਵੀ ਪ੍ਰਸੰਨ ਨੇ, ਮਾਤਾ ਵਾਹਿਗੁਰੂ ਬੇਬੇ ਨਾਨਕੀ ਜੀ ਵੀ ਅਤੇ ਭਾਈਆ ਜੈ ਰਾਮ ਜੀ ਵੀ ਬਹੁਤ ਖੁਸ਼ ਹੋਏ ਨੇ। ਸ੍ਰੀ ਨਾਨਕ ਸੋ ਪ੍ਰਕਾਸ਼ ਕੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਇਹ ਜੀਵਨ ਇਤਿਹਾਸ ਦਾ ਗ੍ਰੰਥ ਹੈ, ਗੁਰੂ ਨਾਨਕ ਪ੍ਰਕਾਸ਼, ਪੂਰਨ ਖੋੜਸ ਧਿਆਏ। ਇਹਦਾ ਜਿਹੜਾ ਖੋੜਸ 16ਵਾਂ ਅਧਿਆਇ ਹੈ ਨਾ, ਕਵਿਰਾਜ ਕਹਿੰਦੇ ਸੰਪੂਰਨ ਹੋਇਆ ਹੈ। ਦੋਹਰਾ ਰਾਮਦਾਸ ਸ੍ਰੀ ਸਤਿਗੁਰੂ। ਹੁਣ ਅੱਗੇ 17ਵਾਂ ਅਧਿਆਇ ਆਰੰਭ ਕਰਦੇ ਹੋਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਨਾਮ ਦਾ ਮੰਗਲਾਚਰਨ ਕਵਿਰਾਜ ਕਰਦੇ ਐ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਉਸਤਤੀ ਕਰਦਿਆਂ ਹੋਇਆਂ ਸ੍ਰੀ ਗੁਰੂ ਜੀ ਦੇ ਚਰਨਾਂ ਨੂੰ ਪਰਸਦੇ ਹਨ। ਰਾਮਦਾਸ ਸ੍ਰੀ ਸਤਿਗੁਰੂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਚੌਥਾ ਸਰੂਪ। ਦਾਸਨ ਕੇ ਸੁਖ ਰਾਸ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦਾਸਾਂ ਸੇਵਕਾਂ ਵਾਸਤੇ ਸੁੱਖਾਂ ਦੀ ਰਾਸ ਹੀ ਹਨ। ਮਹਾਰਾਜ ਸੁੱਖਾਂ ਦੀ ਖਾਣ ਹੀ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਆਪ ਜੀ ਦੇ ਦਰ ਤੇ ਸੇਵਾ ਕੀਤੀ ਹੈ ਨਾ, ਉਹ ਕਦੇ ਵੀ ਖਾਲੀ ਨਹੀਂ ਗਿਆ। ਚਾਹੇ ਭਾਈ ਆਦਮ ਵਰਗੇ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੇ ਜਦੋਂ ਸੇਵਾ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਕਰਨੇ ਕਰਕੇ ਭਾਈ ਆਦਮ ਦੀ ਜਿਹੜੀ ਸੀ ਝੋਲੀ ਭਰ ਗਈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤੋਂ ਪੁੱਤਰ ਮੰਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਪੁੱਤਰ ਨਹੀਂ ਦਿੱਤਾ, ਆਖਿਆ ਆਪਣੀ ਭਗਤੀ ਦੀ ਅੰਸ਼ ਚੋਂ ਦਿਨੇ ਦਾ ਨਾਮ ਭਾਈ ਭਗਤੂ ਰੱਖੀ। ਬ੍ਰਹਮ ਗਿਆਨੀ ਬਖਸ਼ ਦਿੱਤਾ। ਸੱਚੇ ਪਾਤਸ਼ਾਹ ਨੇ ਆਖਿਆ ਸਾਡੇ ਦਰ ਘਰ ਨਾਲ ਸਦਾ ਤੇਰੀ ਵੰਸ਼ ਜੁੜੀ ਰਹੇਗੀ। ਸਾਡੇ ਜਿਹੜੇ ਅਸੀਂ ਸਰੂਪ ਧਾਰਾਂਗੇ, ਸਾਡੇ ਨਾਲ ਸੇਵਾ ਕਰੇਗੀ ਤੇਰੀ ਵੰਸ਼। ਤੇਰਾ ਇਹ ਪੁੱਤਰ ਸਾਡੇ 7ਵੇਂ ਸਰੂਪ ਤੱਕ ਰਹੇਗਾ। ਇਉਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾਸਾਂ ਵਾਸਤੇ ਤੇ ਸੁੱਖਾਂ ਦੀ ਰਾਸ ਹੀ ਹਨ। ਮਹਾਰਾਜ ਸੱਚੇ ਪਾਤਸ਼ਾਹ ਦਾਸਾਂ ਕੋਲੋਂ ਸੁੱਖ ਹੀ ਨਹੀਂ ਮੁੱਕਦੇ। ਜਿਨ੍ਹਾਂ ਨੇ ਮਹਾਰਾਜ ਦੀ ਦਾਸਾ ਭਾਵ ਧਾਰ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕੀਤੀ ਹੈ। ਯਮ ਪਾਸਨ ਕੇ ਤਰਾਸ ਕੋ। ਜਿਹੜੀਆਂ ਜਮਾਂ ਦੀਆਂ ਪਾਸਨ ਫਾਹੀਆਂ ਹਨ, ਜਿਹੜਾ ਜਗਤ ਉਹਨਾਂ ਤੋਂ ਡਰਦਾ ਹੈ, ਜਮਾਂ ਦੀਆਂ ਫਾਹੀਆਂ ਬੜੀਆਂ ਦੁਖਦਾਈ ਜੋ ਹਨ। ਕਰਤ ਛਿਨਕ ਮਹਿ ਨਾਸ਼। ਆਪਣੇ ਸੇਵਕ ਦੀਆਂ ਛਿਨ ਮਾਤਰ ਸਮੇਂ ਵਿੱਚ ਜਮ ਦੀਆਂ ਫਾਹੀਆਂ ਤੋੜ ਦੇਣ ਵਾਲੇ ਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਹੀ ਏਡਾ ਪ੍ਰਤਾਪੀ ਹੈ ਕਿ ਨਾਮ ਦੇ ਉਚਾਰਨ ਕਰਦਿਆਂ ਹੀ ਜਮਾਂ ਦੀਆਂ ਫਾਹੀਆਂ ਗਲ ਵਿੱਚੋਂ ਟੁੱਟ ਜਾਂਦੀਆਂ ਹਨ।
ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕ ਦੀਆਂ ਜਮ ਦੀਆਂ ਫਾਹੀਆਂ ਤੋੜਨ ਨੂੰ ਕਿੰਨਾ ਕੁ ਸਮਾਂ ਲਾਉਂਦੇ ਐ। ਕਵੀ ਰਾਜ ਕਹਿੰਦੇ ਛਿਣ ਮਾਤਰ ਸਮੇਂ 'ਚ ਹੀ ਸੱਚੇ ਪਾਤਸ਼ਾਹ ਆਪਣੇ ਸੇਵਕ ਦੀਆਂ ਜਮ ਦੀਆਂ ਫਾਹੀਆਂ ਤੋੜ ਦਿੰਦੇ ਹਨ। ਸ੍ਰੀ ਬਾਲਾ ਸੁੰਦਰ ਵਾਚ ਸਵਈਆ ਜਾਂ ਬਿਦ ਸੋ ਮਿਲ ਕੈ ਹਰਖੈ ਉਰ। ਇਸ ਤਰ੍ਹਾਂ ਆਪਸ ਵਿੱਚ ਮਿਲ ਕਰਕੇ ਭਾਵ ਸ੍ਰੀ ਗੁਰੂ ਜੀ, ਬੇਬੇ ਨਾਨਕੀ ਜੀ, ਜੈ ਰਾਮ ਜੀ ਬਹੁਤ ਖੁਸ਼ ਹੋਏ ਨੇ। ਸਾਦਰ ਸੇਵ ਭਲੇ ਕਰਹੀ। ਸਤਿਕਾਰ ਨਾਲ ਬਹੁਤ ਚੰਗੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਨੇ ਦੋਵੇਂ ਦੰਪਤੀ, ਮਹਾਰਾਜ ਦੇ ਵੱਡੇ ਭੈਣ ਜੀ ਤੇ ਮਹਾਰਾਜ ਦੇ ਭਾਈਆ ਜੈ ਰਾਮ ਜੀ। ਕਾਲ ਬਿਤਾਵਹਿ ਦਿਆਲ ਮਹਾ। ਤੇ ਸੱਚੇ ਪਾਤਸ਼ਾਹ ਦਿਆਲੂ, ਦਇਆ ਦੇ ਆਲ ਘਰ, ਦਇਆ ਦੀ ਆਲ ਜਿਨ੍ਹਾਂ ਨੂੰ ਆਦਤ ਹੈ ਦਇਆ ਕਰਨ ਦੀ, ਐਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਸੁਲਤਾਨਪੁਰ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਨੇ। ਸੁਲਤਾਨਪੁਰੇ ਸੁਖ ਸੋ ਫਿਰਹੀ। ਤੇ ਸੁਖ ਦੇ ਸਹਿਤ ਮਹਾਰਾਜ ਸੁਲਤਾਨਪੁਰ ਦੇ ਅੰਦਰ ਹਜੂਰ ਵਿਚਰਦੇ ਐ, ਜਿਸ ਦਾ ਜਰਰਾ ਜਰਰਾ ਮਹਾਰਾਜ ਦੇ ਚਰਨਾਂ ਨਾਲ ਰੰਗਰੇਜ ਹੋਇਆ ਪਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਲਤਾਨਪੁਰ ਨੂੰ ਸੁਲਤਾਨਪੁਰ ਸਾਹਿਬ ਬਣਾ ਦਿੱਤਾ। ਗਰੀਬ ਨਵਾਜ ਨੇ ਚਰਨ ਪਾ ਕਰਕੇ ਤਾਰਨ ਜਾਂ ਅਵਤਾਰ ਧਰਿਓ। ਮਹਾਰਾਜ ਨੇ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਜਿਸ ਕਾਰਨ ਵਾਸਤੇ ਅਵਤਾਰ ਧਾਰਨ ਕੀਤਾ ਏ। ਕਲ ਕੇ ਨਰ ਮੰਦ ਮਹਾ ਜਰਹੀ। ਜਿਹੜੇ ਕਲਯੁਗ ਦੇ ਮੰਦੀ ਮਤ ਵਾਲੇ ਲੋਕ ਬਹੁਤ ਜ਼ਿਆਦੇ ਔਗਣਾ ਵਿੱਚ ਪਾਪਾਂ ਵਿੱਚ ਜਲ ਰਹੇ ਆ, ਸੜ ਰਹੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਸ਼ਾਂਤ ਕਰਨ ਲਈ ਅਵਤਾਰ ਧਾਰਨ ਕੀਤਾ ਹੈ। ਜਿਸ ਕਾਰਨ ਕਰਕੇ ਅਵਤਾਰ ਧਾਰਨ ਕੀਤਾ ਨਾ, ਉਹ ਕਾਰਜ ਮਹਾਰਾਜ ਜੀ ਨੇ ਇੱਥੋਂ ਹੀ ਆਰੰਭਣਾ ਹੈ। ਬਾਸੁਰ ਏਕ ਸੁਸਾਪਤ ਸੋ। ਸੱਚੇ ਪਾਤਸ਼ਾਹ ਜੀ ਬਾਸੁਰ ਇੱਕ ਦਿਨ ਆਪਣੇ ਜਿਹੜੇ ਭੈਣ ਬੇਬੇ ਨਾਨਕੀ ਜੀ ਦੇ ਪਤੀ ਭਾਵ ਕੌਣ, ਭਾਈਆ ਜੈ ਰਾਮ ਜੀ ਦੇ ਨਾਲ ਭਗਨੀ ਮਿਲ ਬੈਸਤ ਭੇ ਕਰਹੀ। ਤੇ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਨਾਲ ਮਿਲ ਕਰਕੇ ਮਹਾਰਾਜ ਘਰ ਵਿੱਚ ਬੈਠੇ ਐ। ਸਤਿਗੁਰੂ ਜੀ ਦੇ ਭਾਈਆ ਜੈ ਰਾਮ ਜੀ ਵੀ ਬੈਠੇ ਐ, ਬੇਬੇ ਨਾਨਕੀ ਜੀ ਵੀ ਬੈਠੇ ਐ। ਹਜੂਰ ਘਰ ਵਿੱਚ ਬੈਠੇ ਹੋਏ ਹੋ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਕਹਿਣ ਲੱਗੇ ਆ, ਪੰਕਜ ਨੈਣ ਪ੍ਰਭੂ ਗੁਣ ਐਨ। ਜੋ ਉਹਨਾਂ ਦੇ ਨੇਤਰ ਕਮਲ ਵਰਗੇ ਪੰਖੜੀਆਂ ਵਰਗੇ ਖਿੜੇ ਹਨ। ਸੱਚੇ ਪਾਤਸ਼ਾਹ ਜੋ ਗੁਣਾਂ ਦੇ ਘਰ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਭਨੇ ਮੁਖ ਬੈਨ ਸੁਨੋ ਮਮ ਬਾਨੀ। ਤੇ ਮੁਖ ਤੋਂ ਬਚਨ ਕਹਿਣ ਲੱਗੇ ਕਿ ਜੈ ਰਾਮ ਭਾਈਆ ਜੈ ਰਾਮ ਜੀ, ਹੇ ਬੇਬੇ ਜੀ, ਸਾਡਾ ਜਿਹੜਾ ਬਚਨ ਹੈ ਉਹ ਆਪ ਸੁਣਨਾ ਕਰੋ। ਕਾਰ ਬਹੀਨ ਭਲੇ ਨਹਿ ਚੀਨ। ਕਿਸੇ ਕੰਮ ਤੋਂ ਬਿਨਾ ਜਿਹੜਾ ਹੈ ਉਹ ਭਲਾ ਨਹੀਂ ਹੈ, ਜਾਣਨਾ ਕਰੋ। ਕਹੈ ਪ੍ਰਬੀਨ ਸਬੈ ਜਗ ਜਾਨੀ। ਜਿਹੜੇ ਸਿਆਣੇ ਹਨ ਉਹ ਇਉਂ ਕਹਿੰਦੇ ਆ ਤੇ ਸਾਰਾ ਜਗਤ ਹੀ ਜਾਣਦਾ ਹੈ ਕਿ ਕਿਰਤ ਤੋਂ ਬਿਨਾ ਰਹਿਣਾ ਜਿਹੜਾ ਉਹ ਠੀਕ ਨਹੀਂ ਹੁੰਦਾ ਹੈ। ਜਗ ਰੀਤ ਕਰੈ ਸਭ ਪ੍ਰੀਤ। ਹੈਗੀ ਹੈ ਜਗ ਦੀ ਰੀਤੀ ਤੇ ਸਾਰੇ ਇਸ ਦੇ ਅੰਦਰ ਕਿਰਤ ਦੇ ਕਰਨ ਵਿੱਚ ਪ੍ਰੀਤ ਕਰਦੇ ਨੇ। ਸੋ ਕਿਉ ਵਿਪਰੀਤ ਕਰੋ ਮਨ ਮਾਨੀ। ਤੇ ਉਹ ਜਿਹੜੀ ਸਾਰਿਆਂ ਦੇ ਮਨ ਵਿੱਚ ਮਨ ਨਹੀਂ ਹੈ, ਭਾਵ ਚੰਗੀ ਲੱਗਦੀ ਹੈ, ਤੇ ਅਸੀਂ ਉਸ ਤੋਂ ਵਿਪਰੀਤ ਉਲਟ ਫਿਰ ਕਿਉਂ ਕਰਨਾ ਕਰੀਏ। ਦੇਹ ਬਤਾਏ ਜੋ ਮਨ ਭਾਏ। ਜੋ ਤੁਹਾਡੇ ਮਨ ਵਿੱਚ ਪਾਉਂਦੀ ਹੈ ਨਾ ਕਿਰਤ, ਉਹ ਸਾਡੇ ਤਾਈਂ ਬਤਾ ਦਿਓ, ਦੱਸ ਦੇਣਾ ਕਰੋ। ਬਿਤਾਏ ਸਮਾਂ ਪਰਚਾਨ ਜੋ ਪ੍ਰਾਨੀ। ਤੇ ਜਿਸ ਕੰਮ ਨੂੰ ਕਰਨ ਵਾਸਤੇ ਭਾਵ ਕਿਰਤ ਦੇ ਅੰਦਰ ਪ੍ਰਾਣੀ ਆਪਣੇ ਸਮੇਂ ਨੂੰ ਜਿਹੜਾ ਹੈ ਉਹ ਜਿਹੜਾ ਬਤੀਤ ਕਰਦੇ ਆ, ਭਾਵ ਜਿਨ੍ਹਾਂ ਕੰਮਾਂ ਵਿੱਚ ਸਦਾ ਪਰਚੇ ਰਹਿੰਦੇ ਲੱਗੇ ਰਹਿੰਦੇ ਹਨ। ਸੁਣ ਕੇ ਭਗਨੀ ਪੁਨ ਬੈਨ ਭਨੇ। ਸੁਣ ਕਰਕੇ ਮਹਾਰਾਜ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਇਉਂ ਬਚਨ ਕਹਿਣ ਲੱਗੇ, ਮਨ ਗਿਆਨ ਸੁਨੋ ਗੁਣ ਤੋ ਪਰਚਾ। ਕਹਿਣ ਲੱਗੇ ਮਹਾਰਾਜ ਤੁਹਾਡਾ ਪਰਚਾ ਤਾਂ ਜਿਹੜਾ ਹੈ ਨਾ, ਤੁਹਾਡਾ ਪਰਚਾਵਾ ਉਹ ਤਾਂ ਹੈ ਗਿਆਨ ਦੇ ਬਚਨ ਸੁਣ ਕਰਕੇ ਮਨ ਦੇ ਅੰਦਰ ਵਿਚਾਰ ਕਰਨੇ। ਆਪ ਸਾਨੂੰ ਗਿਆਨ ਦੇ ਬਚਨ ਦੱਸੋ, ਅਸੀਂ ਸੁਣ ਕਰਕੇ ਆਪਣੇ ਮਨ ਦੇ ਅੰਦਰ ਨਿਰਣਾ ਕਰੀਏ, ਵਿਚਾਰ ਕਰੀਏ, ਨਿਜ ਸਰੂਪ ਨੂੰ ਜਾਣ ਲਈਏ। ਮਹਾਰਾਜ ਤੁਹਾਡਾ ਪਰਚਾਵਾ ਤਾਂ ਗਿਆਨ ਦੇ ਬਚਨ ਕਹਿਣ ਤੇ ਸੁਣਦਾ ਤੇ ਉਹਨਾਂ ਦੇ ਵਿਚਾਰਨ ਦਾ ਹੈ। ਜਗ ਕੰਤ ਮਤੋ ਚਿਤ ਸੰਤ ਬੇਅੰਤ। ਮਹਾਰਾਜ ਆਪ ਜਗਤ ਦੇ ਕੰਤ ਮਾਲਕ ਹੋ ਤੇ ਜਿਹੜੇ ਸੰਤ ਮਹੰਤ ਹਨ, ਭਾਵ ਜਿਹੜੇ ਸੰਤਾਂ ਦੇ
ਇਸ ਪ੍ਰਕਾਰ ਸੁਭਾਅ ਹਨ, ਉਹ ਤਾਂ ਪ੍ਰਭੂ ਦੇ ਪ੍ਰੀਤ ਵਾਲੇ ਹਨ। ਕਰੋ ਮਿਲ ਸੰਤਨ ਸੋ ਚਰਚਾ। ਇਉਂ ਜਿਹੜੇ ਬੇਅੰਤ ਹਨ ਸੰਤ ਮਹਾਤਮਾ, ਉਹਨਾਂ ਨਾਲ ਮਿਲ ਕਰਕੇ ਆਪ ਮਹਾਰਾਜ ਗਿਆਨ ਦੀ ਚਰਚਾ ਜਿਹੜੀ ਵਿਚਾਰ ਹੈ ਉਹ ਕਰਨਾ ਕਰੋ। ਨਰ ਨਾਰ ਚਰਾਚਰ ਦੇਨ ਦੇਨ ਦਤਾਰ। ਆਪ ਤਾਂ ਮਹਾਰਾਜ ਜਿਹੜੇ ਪੁਰਸ਼ ਇਸਤਰੀਆਂ ਹਨ, ਜੜ ਚੇਤਨ ਜਿੰਨੇ ਵੀ ਜੀਵ ਹਨ, ਉਹਨਾਂ ਨੂੰ ਦੇਣ ਵਾਸਤੇ ਆਪ ਦਾਤੇ ਹੋ ਸੱਚੇ ਪਾਤਸ਼ਾਹ। ਆਪ ਦੇ ਅੱਗੇ ਤਾਂ ਸਾਰੀ ਮਾਇਆ ਹੱਥ ਜੋੜ ਕੇ ਖਲੋਤੀ ਹੋਈ ਹੈ। ਆਪ ਤਾਂ ਜੀਆਂ ਨੂੰ ਜੜ ਚੇਤਨ ਸਭ ਨੂੰ ਦੇਣ ਵਾਸਤੇ ਦਾਤੇ ਹੋ, ਦਾਤਾਂ ਦੇ ਦੇਣ ਲਈ। ਸੁਰਾਸੁਰ ਬ੍ਰਿੰਦ ਕਰੈ ਅਰਚਾ। ਤੇ ਜਿੰਨੇ ਵੀ ਦੇਵਤੇ ਹਨ, ਦੈਂਤ ਹਨ, ਉਹ ਸਾਰੇ ਹੀ ਆਪ ਦੀ ਅਰਚਾ ਪੂਜਾ ਕਰਦੇ ਐ, ਆਪ ਦੇ ਅੱਗੇ ਬੰਦਨਾ ਕਰਦੇ ਹਨ। ਧਨ ਧਾਨ ਪਦਾਰਥ ਜੋ ਘਰ ਮੈਂ। ਘਰ ਦੇ ਅੰਦਰ ਮਹਾਰਾਜ ਜਿੰਨਾ ਵੀ ਧਨ ਮੈਂ, ਜਿੰਨਾ ਵੀ ਅਨਾਜ ਹੈ, ਜਿੰਨੇ ਵੀ ਪਦਾਰਥ ਹਨ, ਕਰੁਣਾ ਤਬ ਲਿਆ ਕਰੋ ਖਰਚਾ। ਤੁਹਾਡੀ ਕਿਰਪਾ ਕਰਕੇ ਹੀ ਹੈ, ਤੇ ਜੋ ਕੁਝ ਵੀ ਹੈ ਉਹ ਆਪ ਲੈ ਕਰਕੇ ਖਰਚਾ ਜਿਹੜਾ ਹੈ ਉਹ ਕਰਨਾ ਕਰੋ। ਵਾਕ ਜਰਾਮ ਭਨੇ ਅਬਰਾਮ। ਇਉਂ ਜੈ ਰਾਮ ਜੀ ਨੇ ਇਹ ਬੜੇ ਸੁੰਦਰ ਵਾਕ ਜਿਹੜੇ ਸੀ ਇਉਂ ਕਹਿਣਾ ਕੀਤੇ ਸ੍ਰੀ ਗੁਰੂ ਜੀ ਦੇ ਤਾਈ। ਜੋ ਕਾਮਨਾ ਹੋਏ ਸੋ ਧਾਮ ਤੇ ਲੀਜੈ। ਕਿ ਜੋ ਵੀ ਮਾਰਾ ਆਪ ਦੀ ਇੱਛਾ ਹੈ ਉਹ ਤੁਸੀਂ ਘਰ ਤੋਂ ਜਿਹੜਾ ਹੈ ਲੈਣਾ ਕਰੋ। ਜੇ ਜਗ ਕਾਜ ਸੋ ਪਾਜ ਸਮਾਜ। ਜਿਹੜੇ ਜਗਤ ਦੇ ਕੰਮ ਹਨ ਇਹ ਤਾਂ ਐਵੇਂ ਝੂਠੇ ਹੀ ਹੈ। ਸਮਾਜ ਜਿਹੜਾ ਹੈ ਨਾ ਇਹ ਤਾਂ ਐਵੇਂ ਦਿਖਾਵਾ ਹੀ ਹੈ, ਝੂਠ ਦਾ ਹੀ ਜਿਹੜਾ ਵਰਤਾਰਾ ਹੈ। ਤੁਮੈ ਨਹਿ ਛਾਜਤ ਕਿਉ ਉਰਜੀਜੈ। ਤੇ ਤੁਹਾਨੂੰ ਨਹੀਂ ਇਹ ਫੱਬਦੇ, ਕਿਉਂ ਤੁਸੀਂ ਇਹਨਾਂ ਵਿੱਚ ਫਸਦੇ ਹੋ। ਲਾਜ ਭਰੇ ਮਹਾਰਾਜ ਵਿਸਾਰ। ਸੱਚੇ ਪਾਤਸ਼ਾਹ ਮਹਾਰਾਜ ਲਾਜ ਭਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਸਮੇਂ। ਪਚੇ ਨਿਜ ਕਾਜਹਿ ਮੋਸੇ ਲਖੀਜੈ। ਫਿਰ ਪਿਛੋਂ ਪੜੋ। ਲਾਜ ਭਰੇ ਮਹਾਰਾਜ ਵਿਸਾਰ। ਭਾਈਆ ਜੈ ਰਾਮ ਜੀ ਕਹਿੰਦੇ ਐ ਕਿ ਲੱਜਾ ਵਿੱਚ ਭਰੇ ਹੋਏ ਮਹਾਰਾਜ ਨੂੰ ਭਾਵ ਨਿਰੰਕਾਰ ਨੂੰ ਵਿਸਾਰ ਕਰਕੇ। ਪਚੇ ਨਿਜ ਕਾਜਹਿ ਮੋਸੇ ਲਖੀਜੈ। ਮੇਰੇ ਵਰਗੇ ਵੇਖੋ ਆਪਣੇ ਕੰਮਾਂ ਕਾਰਾਂ 'ਚ ਹੀ ਫਸੇ ਰਹਿੰਦੇ ਐ, ਨਿਰੰਕਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਲੱਜਾ ਨਹੀਂ ਕਰਦੇ ਹਨ। ਬੈਠ ਰਹੋ ਜਸ ਨਾਮ ਕਹੋ। ਆਪ ਬੈਠੇ ਰਹੋ ਘਰ ਦੇ ਅੰਦਰ ਹੀ ਤੇ ਵਾਹਿਗੁਰੂ ਦੇ ਨਾਮ ਦਾ ਜਸ ਕਹਿਣਾ ਕਰੋ। ਹਰ ਪ੍ਰੇਮ ਲਹੋ ਸੁਖਿਓ ਮੁਝ ਦੀਜੈ। ਤੇ ਹਰੀ ਦਾ ਪ੍ਰੇਮ ਜਿਹੜਾ ਹੈ ਨਾ ਉਹ ਲੈ ਕਰਕੇ ਆਪ ਸਦਾ ਇੱਥੇ ਘਰ ਵਿੱਚ ਰਹੋ। ਇਸ ਤਰ੍ਹਾਂ ਸਾਨੂੰ ਜਿਹੜਾ ਹੈ ਆਪ ਸੁਖ ਦੇਣਾ ਕਰੋ। ਹਰੀ ਦੇ ਨਾਮ ਦਾ ਹੀ ਸੁਖ ਸਾਨੂੰ ਵੀ ਬਖਸ਼ਣਾ ਕਰੋ। ਪੁਨ ਪੰਕਜ ਨੈਣ ਭਨੇ ਮੁਖ ਬੈਨ। ਫਿਰ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੁਖ ਤੋਂ ਸਤਿਗੁਰੂ ਜੀ ਬਚਨ ਕਹਿਣ ਲੱਗੇ। ਸੁਸਾ ਸੁਨ ਬੇਦ ਬਖਾਨਤ ਜੈਸੇ। ਕਹਿਣ ਲੱਗੇ ਹੈ ਬੇਬੇ ਜੀ, ਜਿਸ ਤਰ੍ਹਾਂ ਗਿਆਨ ਕਹਿੰਦਾ ਨਾ ਉਹ ਤੁਸੀਂ ਸੁਣਨਾ ਕਰੋ ਕਿ ਗਿਆਨ ਜਿਹੜਾ ਹੈ ਉਹ ਕੀ ਕਹਿੰਦਾ, ਕੀ ਉਪਦੇਸ਼ ਹੈ। ਕਰ ਸੋ ਕਰ ਕਾਰ ਆਹਾਰ ਕਰੈ। ਮਹਾਰਾਜ ਜੀ ਨੇ ਹੁਣ ਰੀਤੀ ਵੀ ਚਲਾਉਣੀ ਹੈ ਨਾ, ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਵਾਜ ਨੇ, ਸੱਚੇ ਪਾਤਸ਼ਾਹ ਨੇ ਇਹੋ ਜਿਹਾ ਸਿੱਖ ਨਹੀਂ ਪੈਦਾ ਕੀਤਾ ਕਿ ਜਿਹੜਾ ਵਿਹਲੜ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਬ ਤੇ ਬਾਣੀ ਵਿੱਚ ਕਿਹਾ ਹੈ ਕਿ ਜਿਨ੍ਹਾਂ ਨੇ ਰਾਜ ਯੋਗ ਨੂੰ ਮਾਨਣਾ ਕੀਤਾ ਹੈ, ਮਹਾਰਾਜ ਸਾਹਿਬ ਜੀ ਸੰਸਾਰ ਦੇ ਵਿਹਾਰ ਵੀ ਕੀਤੇ ਆ, ਸਾਰੇ ਗ੍ਰਸਤ ਨੂੰ ਵੀ ਨਿਭਾਇਆ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮਾਰਥ ਵੀ ਗਰੀਬ ਨਵਾਜ ਨੇ ਆਪਣੇ ਸਿੱਖਾਂ ਨੂੰ ਸਿੱਧ ਕਰਕੇ ਦਿੱਤਾ ਹੈ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ, ਗਰੀਬ ਨਵਾਜ ਦੇ ਆਪਣੇ ਚੋਜ ਨੇ, ਹਜੂਰ ਨੇ ਇਹੋ ਜਿਹਾ ਸਿੱਖ ਪੈਦਾ ਕੀਤਾ ਹੈ ਜਿਹੜਾ ਕਿਰਤ ਵਿਰਤ ਕਰਦਿਆਂ ਹੋਇਆਂ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਇਹ ਸੱਚੇ ਪਾਤਸ਼ਾਹ ਨੇ ਹੁਣ ਰੀਤੀ ਚਲਾਉਣੀ ਹੈ ਨਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਆਪਣੇ ਵੱਡੇ ਭੈਣ ਜੀ ਦੇ ਤਾਈਂ। ਫਿਰ ਪੜੋ। ਕਰ ਸੋ ਕਰ ਕਾਰ ਆਹਾਰ ਕਰੈ। ਮਹਾਰਾਜ ਕਹਿੰਦੇ ਆ ਬੇਬੇ ਜੀ ਹੱਥਾਂ ਨਾਲ ਕਿਰਤ ਕਰਕੇ ਜਿਹੜਾ ਆਹਾਰ ਹੈ ਭੋਜਨ ਉਹ ਕਰਨਾ ਚਾਹੀਦਾ ਏ। ਕਿਰਤਾਰਥ ਦੇਹ ਕਰੈ ਨਰ ਐਸੇ। ਜੇ ਮਨੁੱਖ ਇਸ ਤਰ੍ਹਾਂ ਕਰੇ ਨਾ ਆਪਣੀ ਦੇਹ ਨੂੰ ਕਿਰਤਾਰਥ ਕਰ ਲੈਂਦਾ ਹੈ, ਸਫਲਾ ਕਰ ਲੈਂਦਾ ਏ। ਧਨ ਆਪ ਕਮਾਏ ਖਵਾਏ ਕੈ ਖਾਵਤ। ਧਨ ਆਪ ਕਮਾ ਕਰਕੇ ਆਪ ਖਾਂਦਾ ਹੈ ਤੇ ਖਵਾ ਕਰਕੇ ਕਿਸੇ ਨੂੰ
ਜਿਹੜਾ ਹੈ ਕਿਸੇ ਲੋੜਵੰਦ ਨੂੰ ਦੇ ਕਰਕੇ ਜੇ ਖਾਂਦਾ ਹੈ। ਭੋਜਨ ਛਾਦਨ ਸਾਧਨ ਦੈਸੇ, ਤੇ ਜਿਹੜਾ ਭੋਜਨ ਹੈ ਤੇ ਸਾਧਨ ਬਸਤਰ ਹਨ ਸਾਧੂਆਂ ਦੀ ਤਾਈਂ ਦੇ ਕਰਕੇ, ਮਹਾਂਪੁਰਖਾਂ ਦੇ ਤਾਈਂ, ਰੱਬ ਦੇ ਪਿਆਰਿਆਂ ਦੇ ਤਾਈਂ ਦੇ ਕਰਕੇ ਜੇ ਕੋਈ ਆਪ ਹੰਡਾਉਂਦਾ ਤੇ ਖਾਂਦਾ ਏ। ਕਰੁਣਾ ਕਰ ਸੰਤ ਉਧਾਰ ਕਰੈ, ਫਿਰ ਕਿਰਪਾ ਕਰਕੇ ਸੰਤ ਮਹਾਤਮਾ ਜਿਹੜੇ ਆ ਨਾ ਰੱਬ ਦੇ ਪਿਆਰੇ, ਉਹਦਾ ਵੀ ਉਧਾਰ ਕਰ ਦਿੰਦੇ ਆ। ਭਵ ਭੀਤਰ ਫੇਰ ਨਾ ਆਵਤ ਕੈਸੇ, ਉਹ ਸੰਸਾਰ ਦੇ ਅੰਦਰ ਫਿਰ ਕਦੇ ਵੀ ਜਨਮ ਲੈ ਕਰਕੇ ਨਹੀਂ ਆਉਂਦਾ। ਇਹ ਗ੍ਰਸਤੀ ਵਾਸਤੇ ਏਡਾ ਧਰਮ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜਿਹੜਾ ਆਪ ਕਿਰਤ ਕਰਕੇ ਕਮਾ ਕਰਕੇ ਖਾਂਦਾ ਹੈ ਨਾ, ਤੇ ਦੂਸਰੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਵਾਉਂਦਾ ਹੈ, ਭੋਜਨ ਦਿੰਦਾ ਹੈ, ਵਸਤਰ ਦਿੰਦਾ ਹੈ, ਉਹਦੀ ਇੰਨੀ ਕਿਰਤ ਦੇ ਨਾਲ ਹੀ ਜਿਹੜੀ ਆਪਣੀ ਸੁੱਚੀ ਕਿਰਤ ਕਰਦਾ ਹੈ ਤੇ ਦਸਵਾਂ ਦਸਵੰਧ ਕੱਢਦਾ ਹੈ। ਜਿਵੇਂ ਸ੍ਰੀ ਗੁਰੂ ਜੀ ਨੇ ਫਿਰ ਆਗਿਆ ਕੀਤੀ, ਮਰਿਆਦਾ ਬੰਨੀ। ਮਹਾਰਾਜ ਕਹਿੰਦੇ ਉਹ ਭਾਈ ਜਨਮ ਦੇ ਲੈ ਕੇ ਸੰਸਾਰ ਵਿੱਚ ਨਹੀਂ ਫਿਰ ਆਉਂਦਾ ਏ। ਫੇਰ ਜਰਾਮ ਗਿਰਾ ਉਚਰੀ, ਫਿਰ ਜੈ ਰਾਮ ਜੀ ਨੇ, ਕਿਉਂਕਿ ਰਾਏ ਬੁਲਾਰ ਜੀ ਨੇ ਆਖਿਆ ਸੀ ਇਹਨਾਂ ਦੀ ਆਗਿਆ ਵਿੱਚ ਰਹੋ ਸਦਾ, ਆਗਿਆ ਨਾ ਕਦੇ ਚਿੱਤ ਵੀ ਮੋੜਨੀ। ਜੈ ਰਾਮ ਜੀ ਨੇ ਉਸ ਗੱਲ ਨੂੰ ਚੇਤੇ ਕਰਕੇ ਉਹ ਹੱਥ ਜੋੜ ਕੇ ਫਿਰ ਭਾਈਆ ਜੈ ਰਾਮ ਜੀ ਕਹਿਣ ਲੱਗੇ, ਤੁਮ ਆਇਸ ਮੋਹ ਮਨ ਹੈ ਅਨੁਸਾਰੀ, ਕਿ ਮਹਾਰਾਜ ਤੁਹਾਡੀ ਆਗਿਆ ਤੇ ਮੇਰਾ ਮਨ ਜਿਹੜਾ ਤੁਹਾਡੀ ਆਗਿਆ ਦਾ ਸਦਾ ਅਨੁਸਾਰੀ ਹੈ। ਮੋਰ ਸਕਉ ਨਾ ਕਹਿਓ ਤੁਮਰੋ, ਤੁਹਾਡਾ ਕਿਹਾ ਹੋਇਆ ਮੈਂ ਜਿਹੜਾ ਕਦੇ ਵੀ ਮੋੜ ਨਹੀਂ ਸਕਦਾ ਹਾਂ। ਜਿਨ ਕੀ ਨੁਤ ਰਾਏ ਬੁਲਾਰ ਉਚਾਰੀ, ਜਿਨ੍ਹਾਂ ਦੀ ਉਸਤਤ ਰਾਏ ਬੁਲਾਰ ਜੀ ਨੇ ਆਪਣੇ ਮੁਖ ਤੋਂ ਆਪ ਕਹੀ ਹੋਵੇ। ਲੇਖਾ ਪੜੇ ਤੋ ਕਹੋ ਮੁਝ ਸੋ, ਮਹਾਰਾਜ ਜੀ ਨੂੰ ਫਿਰ ਜੈ ਰਾਮ ਜੀ ਕਹਿੰਦੇ ਜੇ ਤਾਂ ਕੋਈ ਹਿਸਾਬ ਕਿਤਾਬ ਕਰਨਾ ਜਾਣਦੇ ਹੋ, ਲੇਖਾ ਪੜੇ ਹੋਏ ਹੋ, ਤਾਂ ਫਿਰ ਮੇਰੇ ਤਾਈਂ ਕਹਿਣਾ ਕਰੋ, ਦੱਸਣਾ ਕਰੋ। ਕਛ ਲੈ ਦਿਓ ਜੋ ਹੋਏ ਲੇਖੇ ਕੀ ਕਾਰੀ, ਜੇ ਕੋਈ ਇਉਂ ਲੇਖੇ ਦੀ ਜਿਹੜੀ ਆ ਹਿਸਾਬ ਕਿਤਾਬ ਦੀ ਕਾਰੀ ਜਿਹੜੀ ਆ ਨੌਕਰੀ ਹੋਵੇ ਤਾਂ ਉਹ ਫਿਰ ਮੈਂ ਜਿਹੜੀ ਆ ਉਹ ਲੈ ਦਿੰਦਾ ਹਾਂ। ਹਉ ਸਭ ਜਾਣਤ ਭਾਂਤ ਹਿਸਾਬ, ਸੱਚੇ ਪਾਤਸ਼ਾਹ ਗਰੀਬ ਨਵਾਜ ਜੋ ਹਿਸਾਬ ਕਿਤਾਬ, ਗਰੀਬ ਨਵਾਜ ਜੀ ਕਹਿੰਦੇ ਅਸੀਂ ਸਾਰਾ ਕੁਝ ਹੀ ਜਾਣਦੇ ਆ, ਕਿਉਂਕਿ ਸਤਿਗੁਰੂ ਤਾਂ ਵਿਦਿਆ ਦੇ ਜਨਮ ਦਾਤੇ ਆ ਗਰੀਬ ਨਵਾਜ ਜੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਪੜੋ, ਹਉ ਸਭ ਜਾਣਤ ਭਾਂਤ ਹਿਸਾਬ, ਮਹਾਰਾਜ ਕਹਿੰਦੇ ਸਭ ਤਰੀਕਿਆਂ ਦਾ ਹਿਸਾਬ ਅਸੀਂ ਜਾਣਦੇ ਹਾਂ। ਕੇ ਲੈਨੇ ਜੋ ਦੇਨੇ ਭਲੇ ਹੈ ਵਿਚਾਰੀ, ਮਹਾਰਾਜ ਕਹਿੰਦੇ ਕੀ ਲੈਣਾ ਕੀ ਦੇਣਾ ਭਲੇ ਤਰੀਕੇ ਨਾਲ ਅਸੀਂ ਵਿਚਾਰਦੇ ਹਾਂ, ਸਮਝਦੇ ਹਾਂ। ਦੋਹਰਾ ਦੌਲਤ ਖਾਨ ਨਵਾਬ ਕੋ, ਜਿਹੜਾ ਦੌਲਤ ਖਾਨ ਨਵਾਬ ਹੈ ਇਥੋਂ ਦਾ ਸੁਲਤਾਨਪੁਰ ਦਾ, ਮੋਦੀ ਖਾਨਾ ਲੇਹੋ, ਤੇ ਫਿਰ ਜੈ ਰਾਮ ਜੀ ਕਹਿਣ ਲੱਗੇ ਜਿਹੜਾ ਦੌਲਤ ਖਾਨ ਨਵਾਬ ਦਾ ਮੋਦੀ ਖਾਨਾ ਹੈ ਨਾ ਉਹ ਤੁਸੀਂ ਲੈ ਲੈਣਾ ਕਰੋ। ਤੁਮ ਤੇ ਹੋਏ ਨਿਬਾਹ ਜੋ, ਤੇ ਫਿਰ ਤੁਹਾਡੇ ਕੋਲੋਂ ਜਿਹੜਾ ਜੇ ਇਹ ਚੱਲ ਸਕੇ ਤਾਂ ਕਰੋ ਕਾਜ ਸੁਭ ਇਹੋ, ਇਹੋ ਹੀ ਸੁਭ ਕਾਰਜ ਜਿਹੜਾ ਫਿਰ ਤੁਸੀਂ ਕਰਨਾ ਕਰੋ। ਕਬਿਤ ਭਾਖੀ ਜੋ ਜੈ ਰਾਮ ਸੋ ਨਾਨਕ ਜੀ ਮਾਨ ਮਨ, ਤੇ ਇਸ ਸਮੇਂ ਜੋ ਜੈ ਰਾਮ ਜੀ ਨੇ ਆਖਿਆ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਨ ਦੇ ਅੰਦਰ ਮਨ ਕਰਕੇ ਕਹੈ ਕਰਤਾਰ ਨਿਰਬਾਹੈ ਮੋਹਿ ਕਾਜ ਕੋ, ਕਹਿਣ ਲੱਗੇ ਜੈ ਰਾਮ ਜੀ ਜੋ ਕਰਤਾਰ ਹੈ ਨਾ ਪਰਮੇਸ਼ਰ, ਉਹ ਸਾਡੇ ਸਾਰੇ ਕੰਮ ਨੂੰ ਨਿਭਾਵੇਗਾ, ਭਾਵ ਪਰਮੇਸ਼ਰ ਸਾਡੇ ਕੰਮ ਨੂੰ ਪੂਰਾ ਕਰ ਦੇਵੇਗਾ। ਦੀਨ ਬੰਦ ਦਇਆ ਨਿਧ ਸਦਾ ਹੀ ਪ੍ਰਸਿੱਧ ਸਾਰੇ, ਕਿਉਂਕਿ ਉਹ ਦੀਨਾਂ ਦਾ ਬੰਧੂ ਹੈ, ਭਾਵ ਗਰੀਬਾਂ ਦਾ ਇਸ ਪ੍ਰਕਾਰ ਜਿਹੜਾ ਉਹ ਸੰਬੰਧੀ ਹੈ, ਤੇ ਦਇਆ ਦਾ ਨਿਧ ਸਮੁੰਦਰ, ਦਇਆ ਦਾ ਸਮੁੰਦਰ ਹੈ ਵਾਹਿਗੁਰੂ। ਇਹ ਗੱਲ ਸਭ ਥਾਵਾਂ ਤੇ ਪ੍ਰਸਿੱਧ ਹੈ। ਸੰਤਨ ਸਹਾਈ ਰਾਖੈ ਨਿਜ ਨਾਮ ਲਾਜ ਕੋ, ਤੇ ਉਹ ਸੰਤਾਂ ਦਾ ਸਹਾਈ ਹੈ, ਆਪਣੇ ਨਾਮ ਦੀ ਲਾਜ ਜਿਹੜਾ ਪਰਮੇਸ਼ਰ ਰੱਖਦਾ ਹੈ। ਭਾਖਤ ਜੈ ਰਾਮ ਤੁਮ ਪਾਸ ਹੋਏ ਆਵੈ ਕਾਮ, ਤੇ ਜੈ ਰਾਮ ਜੀ ਕਹਿਣ ਲੱਗੇ ਤੁਹਾਡੇ ਕੋਲੋਂ ਫਿਰ ਇਹ ਕੰਮ ਹੋ ਆਵੇਗਾ। ਹਿਰਦੇ ਮੈਂ ਵਿਚਾਰੋ ਜਾਨੂ ਬਹੁਤ ਸਮਾਜ ਕੋ, ਤੇ ਮੈਂ ਹਿਰਦੇ ਵਿੱਚ ਇਹ ਵਿਚਾਰਦਾ ਜਾਣਦਾ ਹਾਂ ਸਾਰੇ ਸਮਾਜ ਦੇ ਤਾਈਂ। ਚੱਲੀਏ ਨਵਾਬ ਪਾਸ ਮਿਲੀਏ ਆਵਾਸ ਤੇਹੇ, ਤੇ ਹੁਣ ਚੱਲੀਏ ਫਿਰ ਨਵਾਬ ਦੇ ਕੋਲ, ਉਹਦੇ ਘਰੇ ਜਾ ਕਰਕੇ ਮਿਲਣਾ ਕਰੀਏ। ਕੀਜੈ ਨਾ ਬਿਲੰਬ ਅਬ ਭਲੋ ਦਿਨ ਆਜ ਕੋ, ਫਿਰ ਦੇਰੀ ਨਾ ਕਰੀਏ, ਅੱਜ ਦਾ ਦਿਨ ਹੀ ਭਲਾ ਹੈ। ਸਵਈਆ
ਦੌਲਤ ਖਾਨ ਕੇ ਭਉਨ ਗਏ ਪ੍ਰਭ। ਤਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੌਲਤ ਖਾਨ ਨਵਾਬ ਦੇ ਘਰ ਸੱਚੇ ਪਾਤਸ਼ਾਹ ਜੀ ਗਏ ਐ। ਜਾਏ ਮਿਲੇ ਸਭ ਬਾਤ ਜਨਾਏ। ਜਾ ਕਰਕੇ ਮਿਲੇ ਐ ਤੇ ਸਾਰੀ ਗੱਲ ਜੈ ਰਾਮ ਜੀ ਨੇ ਜਣਾਈ ਐ, ਭਾਵ ਦੱਸੀ ਐ। ਨਾਨਕ ਰੂਪ ਨਿਹਾਰ ਨਿਬਾਬ ਕਹੈ। ਨਵਾਬ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਵੇਖ ਕਰਕੇ ਇਉਂ ਕਹਿੰਦਾ ਏ। ਇਹ ਮੋਦੀ ਕੀ ਕਾਰ ਚਲਾਏ। ਕਹਿਣ ਲੱਗੇ ਭਈ ਇਹ ਮੋਦੀ ਦੀ ਕਾਰ ਜਿਹੜੀ ਐ ਚਲਾਉਣਗੇ। ਹੈ ਮਤਵਾਨ ਸੋ ਜਾਨ ਸਾਧੀ ਸਤ। ਤੇ ਕਹਿੰਦੇ ਹੈ ਤਾਂ ਬਹੁਤ ਸਿਆਣਾ ਤੇ ਬੜਾ ਹੀ ਚਤਰ ਜਿਹਾ ਦਿਸਦਾ ਹੈ। ਕੋਸ਼ਿਸ਼ ਦੇਤ ਭਇਓ ਹਰ ਖਾਏ। ਖੁਸ਼ ਹੋ ਕੇ ਦੌਲਤ ਖਾਨ ਨਵਾਬ ਨੇ ਤੇ ਸਮੇਂ ਨਾ ਮੋਦੀ ਖਾਨੇ ਦੀ ਖਿਲਤ ਜਿਹੜੀ ਸੀ ਉਹ ਦੇਣਾ ਕੀਤੀ। ਕਾਰਖ ਕੰਨ ਪੁਨ ਦੀਨ ਹਜ਼ਾਰ। 1000 ਜਿਹੜਾ ਨਾ ਇੱਥੇ ਹੁਣ ਕਾਰਖਿਕ ਲਿਖ ਰਹੇ ਆ, ਜਿਹੜਾ ਹੈ ਇਹ ਉਸ ਸਮੇਂ ਦੀਆਂ ਮੋਹਰਾਂ, ਭਾਵ ਰੁਪਈਆਂ ਚ ਕਹਿ ਲਵੋ ਸਮਝਾਉਣ ਨੇ, ਇਉਂ 1000 ਰੁਪਈਆ ਜਿਹੜਾ ਸੀ ਉਹ ਦੇਣਾ ਕੀਤਾ। ਜੈ ਰਾਮ ਸਮੇਤ ਲਏ ਘਰ ਆਏ। ਤੇ ਜੈ ਰਾਮ ਜੀ ਦੇ ਸਮੇਤ ਲੈ ਕਰਕੇ ਮਹਾਰਾਜ ਉਹ 1000 ਰੁਪਈਆ ਘਰ ਆ ਗਏ। ਸੋਰਠਾ ਪਾਇਓ ਤਬ ਬਹਿ ਆਨ। ਸੱਚੇ ਪਾਤਸ਼ਾਹ ਜੀ ਨੇ ਤਦੋਂ ਫਿਰ ਨਾ ਜਿਹੜਾ ਸੀ ਸੌਦਾ ਉਹ ਹੱਟ ਦੇ ਅੰਦਰ ਆ ਕਰਕੇ ਪਾਉਣਾ ਕੀਤਾ। ਆਪਨ ਮਹਿ ਸੌਦਾ ਸਭੇ। ਜਿਹੜੀ ਹੱਟ ਹੈ ਆਪਨ ਹੱਟ, ਉਹਦੇ ਅੰਦਰ ਸਾਰਾ ਸੌਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਮੋਦੀ ਖਾਨੇ ਵਿੱਚ ਪਾਉਣਾ ਕੀਤਾ। ਤੋਲ ਦੇਤ ਨਿਜ ਪਾਨ। ਤੇ ਤੋਲ ਤੋਂ ਕੇ ਸਤਿਗੁਰੂ ਜੀ ਆਪਣੇ ਕਰ ਕਮਲਾਂ ਨਾਲ ਦਿੰਦੇ ਆ। ਲੈਨ ਹਾਰ ਜੋ ਆਵਹੀ। ਜਿਹੜੇ ਵੀ ਲੈਣ ਵਾਲੇ ਆਉਂਦੇ ਹਨ ਸੌਦਾ। ਦੋਹਰਾ ਆਇਸ ਲੈ ਕਰ ਸੁਸਾ ਕੀ। ਲੈ ਕਰਕੇ ਆਗਿਆ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦੀ। ਖਾਨ ਪਾਨ ਬਿਦ ਜੋਏ। ਜੋ ਆਪਣੇ ਲੰਗਰ ਆਦਿਕ ਛਕਣ ਛਕਾਉਣ ਦੀ ਰੀਤੀ ਹੈ। ਆਪਨ ਆਪਣੀ ਮਹਿ ਕਰਤ। ਮਹਾਰਾਜ ਆਪਣੀ ਹੱਟ ਦੇ ਅੰਦਰ ਹੀ ਲੰਗਰ ਪ੍ਰਸ਼ਾਦ ਜਿਹੜਾ ਹੈ ਉਹ ਛਕਦੇ ਹਨ। ਜਿਮ ਰੁਚ ਚਿਤ ਮਹਿ ਹੋਏ। ਜਿਵੇਂ ਚਿੱਤ ਦੇ ਅੰਦਰ ਰੁਚੀ ਹੁੰਦੀ ਹੈ, ਇੱਛਾ ਹੁੰਦੀ ਹੈ, ਭਾਈ ਬਾਲਾ ਜੀ ਉਹ ਲੰਗਰ ਤਿਆਰ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਆਪਣੀ ਹੱਟ ਦੇ ਵਿੱਚ ਹੀ ਰਿਹਾਇਸ਼ ਕੀਤੀ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ। ਤੇ ਉੱਥੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਕੌਤਕ ਕੀਤੇ ਹੈ। ਹਜੂਰ ਦੇ ਕਰ ਕਮਲਾਂ ਨਾਲ ਛੋਹੇ ਹੋਏ ਉਹ ਤੋਲ ਦੇ ਵੱਟੇ, ਜਿਨ੍ਹਾਂ ਨਾਲ ਮਹਾਰਾਜ 13 ਸਤਿਗੁਰੂ ਜੀ ਤੋਲਿਆ ਕਰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀਆਂ ਉਹ ਪਵਿੱਤਰ ਯਾਦਗਾਰਾਂ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ। ਸੱਚੇ ਪਾਤਸ਼ਾਹ ਹੁਣ ਮੋਦੀ ਦੀ ਕਾਰ ਕਿਵੇਂ ਚਲਾਉਂਦੇ ਹੋਏ ਸਭ ਦੀ ਗਰੀਬੀ ਰੋੜ ਦਿੰਦੇ ਆ। ਇਹ ਪ੍ਰਸੰਗ ਜਿਵੇਂ ਅੱਗੇ ਕਥਾ ਆਵੇਗੀ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਵਚਿੱਤਰ ਜੀਵਨ ਜੋ ਹੈ ਉਹ ਸਾਡੇ ਹਿਰਦੇ ਵਿੱਚ ਵਸੇ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਨਾਮ ਦੀ ਪ੍ਰੀਤ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਇਸ ਲੈ ਕਰ ਸੁਸਾ ਕੀ। ਖਾਨ ਪਾਨ ਬਿਦ ਜੋਏ। ਆਪਨ ਆਪਣੀ ਮਹਿ ਕਰਤ। ਜਿਮ ਰੁਚ ਚਿਤ ਮਹਿ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब में दुख भंजन गुण दास। हे संगी हे निरंकार। हे निर्गुण सब टेक। हे गोबिंद हे गुण निधान। जाकै सदा बबेक। हे अपरंपर हर हरे है भी होवन हार। हे संतह कै सदा संग निदारा आधार। हे ठाकुर हम दासरो मैं निर्गुण गुण नहीं कोय। नानक दीजै नाम दान राखो हियै परोए। आए प्रभ शरणागति किरपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो श्रद्धा कर
ਹਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।